ਉਹਨਾਂ ਨਾਲ ਕੁਝ ਕੁ ਗੱਲਾਂ ਬਾਤਾਂ ਕਰਾਂਗੇ, ਕੁਝ ਖਬਰਾਂ ਤੇ ਕਰਾਂਗੇ ਚਰਚਾ। ਸੋ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ। ਸਭ ਤੋਂ ਪਹਿਲਾਂ बहुत बहुत धन्यवाद जनाब। और साड़ी जी बेटी है जी इंचार्ज जो थांडी उन्होंने भी बहुत बहुत प्यार। ਡਾਕਟਰ ਸਾਹਿਬ ਨਵੇਂ ਗਵਰਨਰ ਜਨਰਲ ਕੈਨੇਡਾ ਦੇ ਬਣ ਗਏ ਆ ਤੇ ਇਹ ਖਬਰ ਜਿਹੜੀ ਆਪਣੇ ਦਰਸ਼ਕਾਂ ਨਾਲ ਸਾਂਝੀ ਕਰੀਏ। ਔਰ ਇਹ ਗੱਲ ਬੜੀ ਖੁਸ਼ੀ ਵਾਲੀ ਵੀ ਸੀ ਕਿ ਨੈਟ ਜਿਹੜੇ ਹੈਗੇ ਨੇ ਫਸਟ ਨੇਸ਼ਨ ਦੇ ਲੋਕ, ਉਹਨਾਂ ਨੂੰ ਮਾਨਤਾ ਮਿਲੀ ਹੈ। ਜਿਹੜੀ ਚਰਚਾ ਪਿਛਲੇ ਦਿਨੀ ਰਹੀ ਸੀ, ਬੜੀ ਨੈਗੇਟਿਵ ਚਰਚਾ ਕੈਨੇਡਾ ਦੇ ਬਾਰੇ, ਔਰ ਆਪਾਂ ਸਾਰੇ ਜਣੇ ਉੱਤੇ ਗੱਲ ਕਰਦੇ ਰਹੇ ਹਾਂ। ਅਸੀਂ ਉਹ ਕੈਮਲੂਸ 'ਚ ਆ ਕੇ ਵੀ ਆਏ ਸੀ, ਜਗ੍ਹਾ ਦੇਖ ਕੇ ਆਏ, ਬਹੁਤ ਜ਼ਿਆਦਾ ਉਹ ਭਾਵਕ ਕਰਨ ਵਾਲਾ ਸੀਨ। ਔਰ ਪਰ ਜਿਹੜਾ ਟਰੂਡੋ ਗਵਰਨਮੈਂਟ ਦਾ ਇਹ ਫੈਸਲਾ ਹੈ, ਇਹਨੂੰ ਕਿਸ ਤਰ੍ਹਾਂ ਦੇਖਿਆ ਜਾਵੇ? ਮੇਰੀ ਸਾਈਮਨ ਨੇ ਅੱਜ 11:20 ਦੇ ਉੱਪਰ ਸੈਨੇਟ ਦੇ ਹਾਲ ਦੇ ਵਿੱਚ 40 ਬੰਦਿਆਂ ਦੇ ਅੱਗੇ ਜੀ ਚੀਫ ਜਸਟਿਸ ਨੇ ਉਹਨਾਂ ਨੂੰ ਸਵੇਰਿੰਗ ਸੈਰੇਮਨੀ ਕਰਵਾਈ ਜੀ। ਔਰ ਬੜੀ ਵੱਡੀ ਗੱਲ ਹੈ। ਦੇਖੋ ਹਰ ਚੀਜ਼ ਦੇ ਪਿੱਛੇ ਪੋਲਿਟਿਕਸ ਹੁੰਦੀ ਹੈ। ਹਾਂਜੀ, ਦੇਖਿਆ ਕਿ ਟਰੂਡੋ ਸਾਹਿਬ ਦੀ ਜਿਹੜੀ ਪੋਲਿਟਿਕਸ ਹੈ ਬੜੀ ਕਲੀਅਰ ਹੈ ਕਿ ਜਿਹੜੇ ਮਾਈਨੋਰਿਟੀ ਕਮਿਊਨਿਟੀਜ਼ ਨੇ ਉਹਨਾਂ ਨੂੰ ਅਸੀਂ ਖੁਸ਼ ਰੱਖਣਾ। ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਮੁਸਲਿਮ ਜੱਜ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਅਪਾਇੰਟ ਕੀਤਾ ਸੀਗਾ। ਹਾਂਜੀ। ਔਰ ਪਿਛਲੇ 1 ਸਾਲ ਤੋਂ ਬਹੁਤ ਜ਼ਿਆਦਾ ਇਹ ਗੱਲਾਂ ਚੱਲ ਰਹੀਆਂ ਸੀਗੀਆਂ, ਇੰਡੀਜੀਨੀਅਸ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਬੁਰਾ ਵਰਤਾਵ ਹੋਇਆ ਜੀ, ਬੱਚੇ ਮਾਰੇ ਗਏ। ਅਕੋਰਡਿੰਗ ਟੂ ਦੀ ਐਸਟੀਮੇਟ it is around 10,000 children which were killed or they died due to many sicknesses ਜਿਹੜੀ ਕਿ ਰੋਮਨ ਕੈਥੋਲਿਕਸ ਦੇ ਜਿਹੜੇ ਪ੍ਰੀਸਟ ਨੇ ਉਹਨਾਂ ਦੇ ਬਾਰੇ ਬੋਦਰ ਨਹੀਂ ਕੀਤਾ ਬਹੁਤ ਜ਼ਿਆਦਾ। ਔਰ ਇਹਦਾ ਜਿਹੜਾ ਸਾਈਮਨ ਹੈ ਇਹਦੇ ਪਿੱਛੇ ਬਹੁਤ ਵੱਡਾ ਪੋਲੀਟੀਕਲ ਰੀਜ਼ਨ ਹੈਗਾ ਕਿ ਉਹ ਇੰਡੀਜੀਨੀਅਸ ਕਮਿਊਨਿਟੀ ਦੇ ਨਾਲ ਮਿਲ ਕੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ 2 ਮਹੀਨਿਆਂ ਨੂੰ 1 ਮਹੀਨੇ ਨੂੰ ਇਲੈਕਸ਼ਨ ਅਨਾਉਂਸ ਹੋ ਜਾਣੇ ਨੇ। ਸੋ ਦੈਟ ਵਿਲ ਪਲੇ ਏ ਵੈਰੀ ਮੇਜਰ ਰੋਲ। ਵੈਸੇ ਸ਼ੀ ਇਜ਼ ਅ ਵੈਰੀ ਕੈਪੇਬਲ ਲੇਡੀ ਔਰ ਉਹਨਾਂ ਨੇ ਆਪਣੀ ਕਮਿਊਨਿਟੀ ਦੀ ਉਹ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ, ਅੰਬੈਸਡਰ ਰਹਿ ਚੁੱਕੇ ਨੇ ਡੈਨਮਾਰਕ ਦੇ ਵਿੱਚ, ਔਰ ਬੜਾ ਜ਼ਿਆਦਾ ਉਹਨਾਂ ਨੇ ਇੱਥੇ ਸੋਸ਼ਲ ਕੰਮ ਕੀਤਾ ਹੋਇਆ। ਸੋ ਸ਼ੀ ਇਜ਼ ਵੈਰੀ ਹਾਈਲੀ ਕੁਆਲੀਫਾਈਡ ਔਰ ਬੜੀ ਸੁਲਝੀ ਹੋਈ ਲੇਡੀ ਹੈ। ਉਹਨਾਂ ਦੇ ਹਸਬੈਂਡ ਜਿਹੜੇ ਨੇ ਫਰੇਜ਼ਰ, ਉਹ ਵੀ ਉਹਨਾਂ ਦੇ ਨਾਲ ਸੀਗੇ, ਅੱਜ ਬੈਠੇ ਹੋਏ ਕੁਰਸੀ 'ਤੇ। ਸੋ ਇਟ ਓਨਲੀ ਦੇਖੀਏ ਮੇਰਾ ਜਿਹੜਾ ਪਰਸਪੈਕਟਿਵ ਹੈ ਆਈ ਸੀ ਇਨ ਅ ਡਿਫਰੈਂਟ ਵੇ। ਮੈਂ ਖੁਸ਼ੀ ਦੀ ਗੱਲ ਹੈ ਕਿ ਉਹ ਇੰਡੀਜੀਨੀਅਸ ਨੂੰ ਉਹਨਾਂ ਨੇ ਬੜੀ ਵੱਡੀ ਅਹਿਮੀਅਤ ਦਿੱਤੀ ਹੈ। ਪਰ ਮੈਂ ਜਿੱਥੋਂ ਤੱਕ ਜਸਟਿਨ ਟਰੂਡੋ ਦਾ ਪਿਛਲੇ 6 ਸਾਲ ਦੇ ਵਿੱਚ ਸਟੱਡੀ ਕੀਤੀ ਹੈ, ਉਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿਹੜਾ ਵੀ ਕਿਤੇ ਤਬਕਾ ਥੋੜ੍ਹਾ ਕੋਈ ਨਾਰਾਜ਼ ਹੋਣ ਵਾਲਾ ਹੁੰਦਾ, ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਪਲੀਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ। ਐਂਡ ਹੀ ਹੈਜ਼ ਸਕਸੀਡਡ। ਉਹ ਮਤਲਬ ਪਲੀਜ਼ ਕਰਨ 'ਚ ਸਕਸੀਡ ਵੀ ਹੋਏ ਨੇ। ਸੋ ਇੱਕ ਪਿਛਲੀ ਜਿਹੜੀ ਗਵਰਨਰ ਸੀਗੀ ਪੀਅਰਟ, ਜਿਹੜੀ ਕਿ ਬਕਾਇਦਾ ਜਿਹਦਾ ਬਾਰੇ ਬਹੁਤ ਜ਼ਿਆਦਾ ਭਈ ਉਹਦਾ ਜਿਹੜਾ ਪਰਟੀਕੂਲਰ ਆਪਣਾ ਵੇ ਆਫ ਵਰਕਿੰਗ ਸੀਗਾ ਰੇਡੀਓ ਹਾਲ ਦੇ ਵਿੱਚ, ਜਿਹੜਾ ਗਵਰਨਰ ਜਨਰਲ ਦਾ ਘਰ ਆ, ਉਹ ਬਹੁਤ ਅਜੀਬ ਕਿਸਮ ਦਾ ਸੀਗਾ। ਔਰ ਕਾਫੀ ਮਤਲਬ ਇਨ ਰੀਅਲ ਸੈਂਸ ਦੇ ਵਿੱਚ ਮਤਲਬ ਗਾਲਾਂ ਗੋਲਾਂ ਵੀ ਉਹ ਕੱਢਦੀ ਸੀਗੀ ਆਪਣੇ ਉੱਥੇ ਜਿਹੜੇ ਕੰਮ ਕਰਦੇ ਸੀਗੇ। ਸੋ ਉਹਨੂੰ ਰਿਜ਼ਾਈਨ ਕਰਨਾ ਪਿਆ। ਉਹਦੀ ਜਗ੍ਹਾ 'ਤੇ ਹੁਣ ਇਹ ਗਵਰਨਰ ਜਨਰਲ ਬਣ ਕੇ ਆਈ ਹੈ, ਵਿਚ ਵਿਲ ਬੀ for another 4 years will be a very nice thing to do. ਡਾਕਟਰ ਸਾਹਿਬ ਜਿਹੜੇ ਗਵਰਨਰ ਜਨਰਲ ਦੀ ਅਪਾਇੰਟਮੈਂਟ ਹੁੰਦੀ ਆ, ਮੈਂ ਜਿੱਦਾਂ ਪੜ੍ਹਿਆ ਜਾਂ ਪਹਿਲਾਂ ਜਾਣਦੇ ਸੀ ਕਿ ਉਹਦੇ ਲਈ ਕੁਈਨ ਕੋਲੋਂ ਪਰਮਿਸ਼ਨ ਦੀ ਵੀ ਲੋੜ ਹੁੰਦੀ ਆ। ਕੀ ਉਹ ਪ੍ਰੋਸੀਜਰ ਹੁਣ ਹੈਗਾ ਜਾਂ ਖਤਮ ਹੋ ਗਿਆ ਜੀ, ਜਿੱਤੇ ਲੋਕਾਂ ਨੂੰ ਕਈਆਂ ਨੂੰ ਇਤਰਾਜ਼ ਵੀ ਹੁੰਦਾ? ਉਹ ਨਹੀਂ, ਪਰਮਿਸ਼ਨ ਕਾਹਦੀ ਲੈਣੀ ਹੁੰਦੀ ਆ, ਉਹਦੇ ਪ੍ਰਾਈਮ ਮਿਨਿਸਟਰ ਨੇ ਸਿਲੈਕਟ ਕਰਨਾ ਹੁੰਦਾ ਔਰ ਪ੍ਰਾਈਮ ਮਿਨਿਸਟਰ ਕੁਈਨ ਨੂੰ ਕਹਿੰਦਾ ਔਰ ਫਿਰ ਕੁਈਨ ਜਿਹੜੀ ਹੈ ਉਹਦੇ 'ਤੇ ਹਾਂ ਕਰ ਦਿੰਦੀ ਹੈ, ਦਖਲ ਕਰ ਦਿੰਦੀ ਹੈ। ਕਿਉਂਕਿ ਇੱਥੇ ਅਜੇ ਵੀ ਸਾਰੇ ਕੰਮ ਕੁਈਨ ਦੇ ਨਾਮ 'ਚ ਹੀ ਹੁੰਦੇ ਨੇ ਔਰ ਕੁਈਨ ਦੀ ਇਹਨੂੰ ਮੰਨਿਆ ਵੀ ਇਹੀ ਜਾਂਦਾ ਕਿ ਕੁਈਨ ਦੀ ਰਿਪਰੈਜ਼ੈਂਟੇਟਿਵ ਹੈ, ਨਾ ਕਿ ਕੈਨੇਡਾ ਦੀ ਰਿਪਰੈਜ਼ੈਂਟੇਟਿਵ ਹੈ। ਸੋ ਸ਼ੀ ਇਜ਼ ਦ ਕੁਈਨਸ ਰਿਪਰੈਜ਼ੈਂਟੇਟਿਵ ਹੇਅਰ ਇਨ ਕੈਨੇਡਾ ਟੂ ਰਿਪਰੈਜ਼ੈਂਟ ਕੁਈਨ ਐਲਿਜ਼ਾਬੈਥ II। ਜੀ ਬਿਲਕੁਲ। ਸੋ ਡਾਕਟਰ ਸਾਹਿਬ, ਓਲੰਪਿਕਸ ਲੇਟ ਹੀ ਸ਼ੁਰੂ ਹੋਈਆਂ ਪਰ ਹੋ ਗਈਆਂ।
ਬੜੇ ਲੋਕ ਜਿਹੜੇ ਸਪੋਰਟਸ 'ਚ ਇੰਟਰਸਟ ਰੱਖਦੇ ਨੇ ਉਹ ਦੁਨੀਆ ਦੇਖ ਰਹੀ ਸੀ ਕਿ 올림픽ਸ ਦਾ ਹੋਣਾ ਲੇਟ ਹੋਣਾ ਜਿਹੜਾ ਉਹ ਬੜਾ ਠੀਕ ਨਹੀਂ ਸੀ ਲੱਗ ਰਿਹਾ। ਸੋ ਉਹਦੇ ਵਿੱਚ ਕੈਨੇਡਾ ਦੇ ਵੀ ਕਾਫੀ ਪਲੇਅਰ ਗਏ ਨੇ ਔਰ ਕੈਨੇਡਾ ਦਾ ਸਟੇਟਸ ਤੇ ਵੈਸੇ ਕਾਫੀ ਪਿੱਛੇ ਆ, ਭਾਰਤ ਦਾ ਵੀ ਪਿੱਛੇ ਆ ਜਦੋਂ ਅਸੀਂ ਗੱਲ ਕਰਦੇ ਆ। ਤੇ ਲੱਗਦਾ ਹੈ ਕਿ ਜਿਹੜੀ ਹੁਣ ਟੈਲੀ ਆਉਣੀ ਆ ਉਹਦੇ ਵਿੱਚ ਅਮਰੀਕਾ ਨੇ ਨੰਬਰ 1 ਜਾਣਾ ਆ, ਚਾਈਨਾ ਦੁਨੀਆ ਦੇ ਜਿਹੜੇ ਵੱਡੇ ਤਾਕਤਵਰ ਮੁਲਕ ਨੇ, ਨਾ ਸਿਰਫ ਉਸ ਤਰ੍ਹਾਂ ਤਾਕਤਵਰ, ਉਹ ਹਰ ਖੇਤਰ 'ਚ ਹੀ ਤਾਕਤਵਰ ਨੇ। ਤੇ ਭਾਰਤ ਦੇ ਹਾਕੀ ਦੇ ਮੁਕਾਬਲੇ ਤੇ ਆਸ ਹੁੰਦੀ ਆ ਤੇ ਹਾਕੀ 'ਚ 7-1 ਨਾਲ ਆਸਟ੍ਰੇਲੀਆ ਤੋਂ ਹਾਰ ਜਾਣਾ ਤੇ ਬੜਾ ਅਜੀਬ ਜਿਹਾ ਲੱਗਾ ਕਿ ਬੜੀ ਤਿਆਰੀ ਨਾਲ ਕੀ ਕਹਿ ਰਹੇ ਸੀ ਕਿ ਮੁੰਡੇ ਅੱਛੇ ਮੁੰਡੇ ਇਹਨਾਂ ਭੇਜੇ ਆ ਔਰ ਕੁਝ ਨਾ ਕੁਝ ਕਰਨ ਦੀ ਉਹ ਸਮਰੱਥਾ ਵੀ ਰੱਖਦੇ ਆ, ਪਰ 7 ਗੋਲ ਲੈਣੇ ਆਪਣੇ ਲੀਗ ਮੈਚ ਦੇ ਦੂਜੇ ਮੈਚ ਵਿੱਚ ਬੜਾ ਅਟਪਟਾ ਜਿਹਾ ਲੱਗਿਆ ਕਿਤੇ। ਦੇਖੋ ਪਹਿਲੀ ਗੱਲ ਤੇ ਹੈ ਕਿ ਇਸ 올림픽ਸ ਨੂੰ ਬਹੁਤ ਜ਼ਿਆਦਾ ਅਪੋਜ਼ ਕੀਤਾ ਗਿਆ, even within Japan. More than 60% Japanese never wanted ਕਿ ਇਹ 올림픽ਸ ਉੱਥੇ ਹੋਣ। ਜਾਪਾਨ ਦੇ ਵਿੱਚ ਇਸ ਵਕਤ ਬੜਾ ਸਵੀਅਰ ਪੈਂਡੈਮਿਕ ਦਾ ਅਟੈਕ ਹੈਗਾ ਔਰ ਟੋਕੀਓ ਜਿਹੜਾ ਟੋਟਲ ਜਿਹੜਾ ਲਾਕਡਾਊਨ ਹੈਗਾ, ਕੋਈ ਵੀ ਉੱਥੇ ਦਰਸ਼ਕ ਜਿਹੜਾ ਉਹ ਜਾ ਕੇ ਦੇਖ ਨਹੀਂ ਸਕਦਾ। ਸੋ ਇਟ ਇਜ਼ ਆਲ ਵਿਦਆਊਟ ਮਤਲਬ ਆਡੀਅੰਸ ਤੁਸੀਂ ਕਹਿ ਸਕਦੇ ਹੋ ਜਾਂ ਸਪੈਕਟੇਟਰਸ। ਇਹ ਇੰਡੀਪੈਂਡੈਂਟ ਪਲੇਅਰ ਜਿਹੜੇ ਨੇ ਉਹੀ ਆਪਣਾ ਸ਼ੌਕ ਪੂਰਾ ਕਰ ਰਹੇ ਨੇ। ਇਹ ਬੜੀ ਵੱਡੀ ਚੀਜ਼ ਹੈ ਵੈਸੇ ਦੁਨੀਆ ਦੇ ਵਿੱਚ। ਪੁਰਾਣੇ ਜ਼ਮਾਨੇ ਦੇ ਵਿੱਚ ਏਥਨਸ ਦੇ ਵਿੱਚ ਇਹ 올림픽ਸ ਦਾ ਇੱਕ ਰਿਵਾਜ ਸ਼ੁਰੂ ਹੋਇਆ ਸੀ, ਜਿਹਨੂੰ ਫਿਰ 1800 ਸੰਨ ਦੇ ਵਿੱਚ ਦੁਬਾਰਾ ਰਿਵਾਈਜ਼ ਕੀਤਾ ਗਿਆ ਔਰ ਉਹਨੂੰ ਦੁਬਾਰਾ ਮਾਡਰਨ 올림픽ਸ ਦਾ ਨਾਮ ਦੇ ਕੇ ਸ਼ੁਰੂ ਕੀਤਾ ਗਿਆ। ਇਹ ਜਿਹੜੀ 올림픽ਸ ਹੈ ਨਾ ਜੀ, ਇਹ ਤੁਸੀਂ ਗੱਲ ਕੀਤੀ ਹਿੰਦੁਸਤਾਨ ਦੀ, ਕੈਨੇਡਾ ਨੇ 371 ਪਲੇਅਰ ਭੇਜੇ ਸੀਗੇ। ਲੇਟੈਸਟ ਟੈਲੀ ਦੇ ਮੁਤਾਬਕ ਅਮਰੀਕਾ ਪਹਿਲੋਂ ਚਾਈਨਾ ਉੱਪਰ ਸੀਗਾ, ਹੁਣ ਅਮਰੀਕਾ ਆਲਰੇਡੀ ਉੱਪਰ ਆ ਚੁੱਕਿਆ ਔਰ ਚਾਈਨਾ ਸੈਕੰਡ ਹੈ ਔਰ ਰਸ਼ੀਆ ਜਿਹੜਾ ਉਹ ਥਰਡ ਹੈ ਔਰ ਉਹਦੇ ਬਾਅਦ ਫਰਾਂਸ ਔਰ ਹੋਰ ਕੰਟਰੀਜ਼ ਨੇ। ਲੇਕਿਨ 올림픽ਸ ਦਾ ਹੋਣਾ, ਕਿਉਂਕਿ ਜਿਹਨਾਂ ਪਲੇਅਰਾਂ ਨੇ 5-5 7-7 ਸਾਲ 8-8 ਸਾਲ ਮਿਹਨਤਾਂ ਕੀਤੀਆਂ ਹੋਈਆਂ ਸੀਗੀਆਂ, ਉਹ ਵਿਚਾਰੇ 4 ਸਾਲ ਦੇ ਬਾਅਦ ਸੋਚਦੇ ਨੇ ਵੀ ਅਸੀਂ ਉੱਥੇ ਜਾਵਾਂਗੇ ਔਰ ਅਸੀਂ ਆਪਣਾ ਕ੍ਰਿਸ਼ਮਾ ਦਿਖਾਵਾਂਗੇ। ਔਰ ਹੋਇਆ ਇਹ ਕਿ 1 ਸਾਲ ਡਿਲੇ ਹੋ ਗਈ। ਅੱਛਾ, ਹੁਣ ਇਹ 2021 ਜਿਹੜੀਆਂ ਹੋ ਰਹੀਆਂ ਨੇ, ਉਹਦੇ ਬਾਅਦ 올림픽ਸ ਹੋਣੀਆਂ ਨੇ 2024 ਦੇ ਵਿੱਚ, 3 ਸਾਲ ਦੇ ਬਾਅਦ। ਸੋ ਬੜਾ ਵੱਡਾ ਇੱਕ ਸ਼ੌਕ ਹੁੰਦਾ। ਕੈਨੇਡਾ ਨੇ ਹੁਣ ਤੱਕ 6 ਮੈਡਲ ਜਿੱਤੇ ਨੇ ਔਰ 6 ਦੇ 6 ਲੇਡੀਜ਼ ਨੇ ਜਿੱਤੇ ਨੇ। ਹਾਂਜੀ, ਔਰ ਸਿਰਫ ਇੱਕ ਲੜਕੀ ਹੈ 21 ਸਾਲ ਦੀ, ਜਿਸ ਨੇ ਆਪਣੇ ਲੰਡਨ ontario ਤੋਂ ਜਿਸ ਨੇ ਬਕਾਇਦਾ ਸਵਿਮਿੰਗ ਦੇ ਵਿੱਚ ਗੋਲਡ ਮੈਡਲ ਜਿੱਤਿਆ। ਬਾਕੀ ਸਾਰੇ ਸਿਲਵਰ ਜਾਂ ਬ੍ਰੌਂਜ਼ ਮੈਡਲ ਹੀ ਹੈਗੇ ਨੇ। ਡਿਸਅਪੁਆਇੰਟਡ ਕੈਨੇਡੀਅਨ ਜਿਹੜਾ ਹੈਗਾ ਪਲੇਅਰਸ, ਉਹ ਡਿਸਅਪੁਆਇੰਟਡ ਨੇ ਕਿਉਂਕਿ ਐਕਸਪੈਕਟ ਕੀਤਾ ਜਾ ਰਿਹਾ ਸੀ 371 ਦੇ ਵਿੱਚੋਂ ਕਮ ਸੇ ਕਮ 50-60 ਉਹ ਮੈਡਲ ਜਿੱਤ ਕੇ ਆਉਣਗੇ, ਜਿਹਦੇ ਵਿੱਚ ਗੋਲਡ, ਸਿਲਵਰ ਐਂਡ ਬ੍ਰੌਂਜ਼ ਹੁੰਦੇ ਨੇ। ਲੇਕਿਨ ਲੱਗਦਾ ਨਹੀਂ ਹੈਗਾ ਕਿ ਐਤਕੀ ਕੈਨੇਡਾ ਜਿਹੜਾ ਇੰਨੇ ਜ਼ਿਆਦਾ ਮੈਡਲ ਜਿੱਤ ਕੇ ਆਏਗਾ। ਡਾਕਟਰ ਸਾਹਿਬ, ਮੇਰੇ ਵਰਗੇ ਜਿਹੜੇ ਜਾਣਕਾਰ ਬਹੁਤੇ ਸਪੋਰਟਸ ਬਾਰੇ ਨਹੀਂ ਜਾਣਦੇ, ਉਹਨਾਂ ਵਾਸਤੇ ਮੈਂ ਤੁਹਾਨੂੰ ਕੁਝ ਜਾਣਨਾ ਚਾਹੁੰਦਾ ਆ ਕਿ ਜਿਹੜੀਆਂ ਇੱਥੇ ਨਾਰਥ ਅਮਰੀਕਾ 'ਚ ਵੱਡੀਆਂ ਗੇਮਾਂ ਖੇਡੀਆਂ ਜਾਂਦੀਆਂ ਨੇ, ਆਈਸ ਹਾਕੀ ਤੇ ਦੂਸਰੀ ਉਹ ਬੇਸਬਾਲ, ਉਹਨਾਂ ਦੀ 올림픽 'ਚ ਮੇਰੇ ਖਿਆਲ ਕੋਈ ਜਗ੍ਹਾ ਨਹੀਂ ਹੈ ਕਿ ਹੈ? ਨਹੀਂ, ਆਈਸ ਹਾਕੀ ਦੀ ਨਹੀਂ ਹੈਗੀ, ਬੇਸਬਾਲ ਦੀ ਐਰਕੀ ਹੈਗੀ ਹੈ ਕਿਉਂਕਿ ਜਾਪਾਨ ਖੁਦ ਬੇਸਬਾਲ ਖੇਲਦਾ। ਜਿਹੜਾ ਹੋਸਟ ਕੰਟਰੀ ਹੁੰਦਾ ਉਹਨੂੰ ਅਲਾਓ ਕੀਤਾ ਜਾਂਦਾ ਵੀ ਇੱਕ ਗੇਮ ਜਿਹੜੀ ਮਰਜ਼ੀ ਇੰਟਰੋਡਿਊਸ ਕਰ ਦੇ। ਸੋ ਬੇਸਬਾਲ ਉੱਥੇ ਹੋ ਰਹੀ ਹੈ ਔਰ ਬਾਕੀ ਕੁਸ਼ਤੀਆਂ ਹੁੰਦੀਆਂ ਨੇ, ਸਵਿਮਿੰਗ ਹੁੰਦੀਆਂ ਨੇ, ਜਿਮਨਾਜ਼ੀਅਮ ਹੁੰਦਾ ਜੀ, ਆਪਣੇ ਹੋਰ ਜਿਹੜੀਆਂ ਘੋੜੇ ਜਿਹੜੇ ਨੇ ਤੁਸੀਂ ਦੇਖਿਆ ਹੋਣਾ ਕਿ ਉਹ ਬਹੁਤ ਵਧੀਆ ਢੰਗ ਦੇ ਨਾਲ ਉਹਨਾਂ ਦੀ ਵੀ ਉੱਥੇ ਗੋਲਡ ਮੈਡਲ, ਸਿਲਵਰ ਮੈਡਲ, ਬ੍ਰੌਂਜ਼ ਮੈਡਲ ਹੁੰਦੇ ਨੇ। ਔਰ ਇਸ ਤਰੀਕੇ ਦੇ ਨਾਲ ਜਿਹੜੀ ਅਸਲੀ ਮੈਨੂੰ ਮਤਲਬ ਦੇਖਣ ਲਈ 2 ਹਫ਼ਤੇ ਦੁਨੀਆ ਵੇਟ ਕਰਦੀ ਹੈ, ਉਹ ਵੇਟ ਕਰਦੀ ਹੈ 100 ਮੀਟਰਸ ਦੀ ਰੇਸ। ਉਹ 100 ਮੀਟਰ ਜਿਹੜੀ ਆ ਉਹ ਲਾਸਟ ਡੇ ਅੱਧਾ ਘੰਟਾ ਪਹਿਲੋਂ ਖਤਮ ਹੋਣ ਤੋਂ ਪਹਿਲੋਂ ਉਹ ਲਾਸਟ ਡੇ ਜਿਹੜੀ ਆ ਉਹ ਰੇਸ ਹੁੰਦੀ ਹੈ। ਲਾਸਟ ਰੇਸ ਉਹ ਹੁੰਦੀ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦਾ ਇੰਟਰਸਟ ਹੁੰਦਾ ਹੈ।
ਉਹਦਾ ਕਾਰਨ ਡਾਕਟਰ ਸਾਹਿਬ ਕਾਰਨ ਇਹ ਵੀ ਇੱਕ ਤੇ ਉਹ ਮਤਲਬ ਬਹੁਤ ਛੋਟੇ ਟਾਈਮ ਦੀ ਹੁੰਦੀ ਆ, ਔਰ ਇੱਕ ਸਪ੍ਰਿੰਟ 100 ਮੀਟਰ ਜਿਹੜੀ ਆ ਉਹ ਆਪਣੀ ਜੀ ਜਾਨ ਮਾਰ ਕੇ ਲੜਨ ਵਾਲੀ ਬਾਜੀ ਹੈ, ਤਾਂ ਕਰਕੇ ਬੇਸਿਕਲੀ ਉਹਦੇ ਚ ਨਾ ਇੰਟਰਸਟ ਲੋਕਾਂ ਦਾ ਸ਼ੁਰੂ ਚ ਰਿਹਾ। ਦੇਖੋ ਮੇਰੇ ਲਈ ਤੇ 200 400 800 ਮੀਟਰਸ 1500 ਮੀਟਰਸ 5 ਮਾਈਲਸ ਦੇ ਆਲ ਆਰ ਦਾ ਸੇਮ, ਬਲਕਿ ਮੈਂ ਸਮਝਦਾ ਕਿ ਉਹ ਪਲੇਅਰ ਜਿਹੜੇ ਨੇ ਉਹ ਮਚ ਬੈਟਰ ਬੋਡੀਲੀ ਫਿਟਡ ਹੁੰਦੇ ਨੇ ਦੈਨ 100 ਮੀਟਰਸ। ਲੇਕਿਨ ਫਿਰ ਵੀ 100 ਮੀਟਰ ਦਾ ਇੱਕ ਐਸਾ ਸ਼ੌਕ ਪੈਦਾ ਹੋਇਆ ਲੋਕਾਂ ਦੇ, ਸਾਈਕੋਲੋਜੀਕਲ ਸ਼ੌਕ ਪੈਦਾ ਹੋ ਗਿਆ ਕਿ ਬਸ ਲੋਕ ਜਿਹੜੇ ਨੇ ਉਹਦੇ ਲਈ ਦੇਖਦੇ ਰਹਿੰਦੇ ਨੇ। ਔਰ ਅਸੀਂ ਵੀ ਦੇਖਦੇ ਪਏ ਹਾਂ, ਸਾਡਾ ਇੱਕ ਪਲੇਅਰ ਹੈਗਾ ਇੱਥੋਂ ਦਾ ਜੀ, ਉਹ ਪਿਛਲੀ ਵਾਰੀ ਸੈਕੰਡ ਆਇਆ ਸੀ, ਐਤਕੀ ਐਕਸਪੈਕਟ ਕੀਤਾ ਜਾ ਰਿਹਾ ਕਿ ਉਹ ਸ਼ਾਇਦ ਗੋਲਡ ਮੈਡਲ ਜਿੱਤ ਜਾਏ। ਲੇਕਿਨ ਮੈਂ ਉਹਦੀਆਂ ਜਿਹੜੀਆਂ ਰੇਸਿਸ ਦੇਖੀਆਂ ਨੇ ਪਿਛਲੇ 2 ਸਾਲ ਦੇ ਵਿੱਚ, ਮੇਰਾ ਖਿਆਲ ਹੈ ਕਿ ਉਹਨੂੰ ਅਮਰੀਕਨ ਜਿਹੜਾ ਹੈਗਾ ਉਹ ਬੀਟ ਕਰੇਗਾ ਬੜੇ ਆਰਾਮ ਦੇ ਨਾਲ, ਉਹ ਫਿਰ ਮੁੜ ਕੇ ਸਿਲਵਰ ਮੈਡਲ ਹੀ ਲੈ ਕੇ ਆਏਗਾ। ਸਕਾਰਬੋਰੋ ਦੇ ਵਿੱਚ ਉਹ ਰਹਿੰਦਾ ਔਰ ਬੜਾ ਉਹਦਾ ਨਾਮ ਹੈ ਵੈਸੇ ਇੱਥੇ ਸਾਡੇ। ਲੇਕਿਨ ਸਮ ਔਰ ਦੀ ਅਦਰ ਜਿਹੜੇ ਇਹ ਪਲੇਅਰਸ ਨੇ ਨਾ ਜੀ, ਇਹਨਾਂ ਨੂੰ ਵਰਲਡ ਦੇ ਵਿੱਚ ਇੱਕ ਬਹੁਤ ਵੱਡਾ ਕੰਪੀਟੀਸ਼ਨ ਚਾਹੀਦਾ ਹੁੰਦਾ, ਜਿਹੜਾ ਕਿ ਕੈਨੇਡਾ ਹੈਜ਼ ਨਾਟ ਬੀਨ ਏਬਲ ਟੂ ਅਫੋਰਡ ਦੈਟ। ਬਾਕੀ ਜਿਹੜੇ ਅਮਰੀਕਾ ਨੇ, ਚਾਈਨਾ ਦੀ ਤੇ ਗੱਲ ਹੀ ਅਲੱਗ ਹੈ ਨਾ। ਚਾਈਨਾ ਤੇ ਪਲੇਅਰਸ ਨੂੰ ਆਪਣੇ ਕੋਲ ਰੱਖਦਾ, ਚਾਈਨਾ ਸਾਰਾ ਖਰਚਾ ਉਹ ਗਵਰਨਮੈਂਟ ਕਰਦੀ ਹੈ। ਉਹਨਾਂ ਨੂੰ ਇੱਕ ਕਿਸਮ ਦਾ ਵਧੀਆ, ਜਿਸ ਤਰ੍ਹਾਂ ਵਧੀਆ ਪੱਪੀਜ਼ ਲੋਕ ਰੱਖਦੇ ਨੇ ਨਾ, ਉੱਦਾਂ ਉਹਨਾਂ ਪਲੇਅਰਸ ਨੂੰ ਉੱਥੇ ਰੱਖਿਆ ਜਾਂਦਾ। ਖਾਣ ਪੀਣ ਜੀ, ਉਹਨਾਂ ਦੀਆਂ ਟ੍ਰੇਨਿੰਗ, ਜਿਹੜੇ ਉਹਨਾਂ ਦੇ ਜਿਮਨੇਜ਼ੀਅਮ ਦੇ ਪਲੇਅਰਸ ਨੇ ਉਹਨਾਂ ਨੂੰ ਤੇ ਉਹ ਆਪਣੇ 6 ਸਾਲ ਦੇ ਬੱਚਿਆਂ ਨੂੰ ਆਪਣੇ ਕੋਲ ਲੈ ਆਉਂਦੇ ਨੇ, ਉਹਨਾਂ ਦੀ ਟ੍ਰੇਨਿੰਗ ਸ਼ੁਰੂ ਕਰ ਦਿੰਦੇ ਆ। ਅੱਜ ਇੱਕ ਹਿਸਟੋਰੀਕਲ ਇਹਦੇ 'ਚ ਇਹ ਚੀਜ਼ ਹੋਈ ਹੈ ਜਾਪਾਨ ਦੇ ਵਿੱਚ ਕਿ ਇੱਕ 13 ਸਾਲ ਦੀ ਲੜਕੀ ਹਾਂਜੀ ਸਪਰਿੰਗ ਬੋਰਡ ਦੇ ਵਿੱਚ ਉਹਨੇ ਗੋਲਡ ਮੈਡਲ ਜਿੱਤਿਆ, 13 ਸਾਲ ਦੀ। ਉਹਦੀ ਬੜੀ ਚਰਚਾ ਹੋ ਰਹੀ ਹੈ ਜੀ। ਹਾਂਜੀ ਹਾਂ ਜੀ। ਡਾਕਟਰ ਸਾਹਿਬ ਜਿਹੜਾ ਚਾਈਨਾ ਦਾ ਸਟਾਈਲ ਆ ਕਿ ਦੁਨੀਆ ਨੂੰ ਹਰ ਫੀਲਡ 'ਚ ਪਛਾੜਨਾ ਆ, ਜਿਵੇਂ ਤੁਸੀਂ ਕੀਤਾ ਕਿ 6 ਸਾਲ ਦੇ ਬੱਚੇ ਪਿਛਲੀਆਂ 올림픽 ਵੇਲੇ ਜਾਂ ਜਦੋਂ ਚਾਈਨਾ 'ਚ ਹੋਈਆਂ ਸੀ, ਉਦੋਂ ਬਾਅਦ ਇੱਕ ਗੱਲ ਉੱਭਰ ਕੇ ਆਈ ਸੀ ਕਿ ਚਾਈਨਾ ਪਲੇਅਰ ਪੈਦਾ ਕਰਨ ਲਈ ਵੀ ਇਸ ਤਰੀਕੇ ਨਾਲ ਕਰਦਾ ਹੈ ਕਿ ਜਿੱਦਾਂ ਉਹ ਬੰਦੂਆ ਮਜ਼ਦੂਰ ਹੁੰਦੇ ਆ, ਔਰ ਬੱਚਿਆਂ ਨੂੰ ਇੰਨਾ ਤਸ਼ੱਦਦ ਹੁੰਦਾ ਛੋਟੇ ਛੋਟੇ ਬੱਚਿਆਂ ਤੇ, ਉਹਨਾਂ ਨੂੰ ਫਿੱਟ ਕਰਕੇ ਉਸ ਤਰੀਕੇ ਮਤਲਬ 20 ਸਾਲ ਪਹਿਲਾਂ ਹੀ ਉਹਨਾਂ ਬੱਚਿਆਂ ਦੇ ਉੱਤੇ 20 ਸਾਲ ਤੱਕ ਲਗਾਤਾਰ ਉਹ ਦਬਾਅ ਬਣਾ ਕੇ ਉਹਨਾਂ ਤੇ ਮਾਨਸਿਕ ਤੌਰ ਤੇ ਵੀ ਔਰ ਫਿਜ਼ੀਕਲੀ ਵੀ ਉਹਨਾਂ ਨੂੰ ਪੂਰੇ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ, ਤੇ ਬੜੀ ਚਰਚਾ ਹੋਈ ਸੀ। ਪਰ ਜਿਵੇਂ ਆਪਾਂ ਜਾਣਦੇ ਹਾਂ ਕਿ ਉਹ ਚਾਈਨਾ ਅੱਜ ਕੱਲ੍ਹ ਕਿਸੇ ਦੀ ਘੱਟ ਹੀ ਪਰਵਾਹ ਕਰਦਾ, ਉਹ ਦੁਨੀਆ ਆਪਣੇ ਢੰਗ ਨਾਲ ਦੇਖਦਾ, ਦੁਨੀਆ ਨੂੰ ਆਪਣੀ ਨਜ਼ਰ ਨਾਲ। ਦੇਖੋ ਜਿੱਥੋਂ ਤੁਸੀਂ ਚਾਈਨਾ ਦੀ ਗੱਲ ਕੀਤੀ ਨਾ, ਉਸ ਤੋਂ ਪਹਿਲਾਂ ਰਸ਼ੀਆ ਜਿਹੜਾ ਉਹ ਵੀ ਏਦਾਂ ਹੀ ਕਰਦਾ ਸੀ ਕਿਸੇ ਜ਼ਮਾਨੇ ਦੇ ਵਿੱਚ। ਜਿਹੜਾ ਰਸ਼ੀਆ ਹੁੰਦਾ ਸੀ, ਉਹ ਤੇ ਅਮਰੀਕਾ ਦਾ ਆਪਸ ਵਿੱਚ ਬੜਾ ਵੱਡਾ ਮੁਕਾਬਲਾ ਹੁੰਦਾ ਸੀ। ਔਰ ਰਸ਼ੀਅਨ ਜਿਹੜੇ ਜਿਮਨਾਸਟਿਕਸ ਦੇ ਪਲੇਅਰ ਸੀਗੇ ਉਹ ਨੰਬਰ 1 ਹੁੰਦੇ ਸੀਗੇ, ਉਹਨਾਂ ਨੂੰ ਇੱਦਾਂ ਹੀ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ ਸੀਗੇ ਰਸ਼ੀਅਨ ਗਵਰਨਮੈਂਟ। ਸੋ ਇਟਸ ਨਾਟ ਓਨਲੀ ਇਨ ਚਾਈਨਾ, ਇਟਸ ਬੇਸਿਕਲੀ ਜਿੰਨੇ ਵੀ ਸੋ ਕਾਲਡ ਮੈਂ ਸਮਝਦਾ ਡਿਕਟੇਟਰਸ਼ਿਪ ਜਿੱਥੇ ਹੈਗੀ ਹੈ, ਜਿੱਥੇ ਹੋਰ ਵਨ ਪਾਰਟੀ ਰੂਲ ਹੈਗੇ ਨੇ, ਉੱਥੇ ਸਭ ਜਗ੍ਹਾ ਤਕਰੀਬਨ ਇੱਦਾਂ ਹੀ ਹੁੰਦਾ। ਪਹਿਲੀ ਗੱਲ ਤਾਂ ਹੈ ਕਿ ਅਸੀਂ ਬੜੀ ਗੱਲ ਕਰਦੇ ਹਾਂ ਡੈਮੋਕ੍ਰੇਸੀ ਦੀ। ਡੈਮੋਕ੍ਰੇਸੀ ਹੈ ਸਿਰਫ 60 ਔਰ 65 ਮੁਲਕਾਂ ਦੇ ਵਿੱਚ, ਬਾਕੀ ਦੇ ਕਿਤੇ ਡੈਮੋਕ੍ਰੇਸੀ ਨਾਮ ਦੀ ਕੋਈ ਚੀਜ਼ ਹੀ ਹੈ ਨਹੀਂ। ਹਾਂਜੀ, ਦੁਨੀਆ 'ਚ ਮੁਲਕ ਹੈਗੇ 193। ਸੋ ਵੀ ਮੇ ਟਾਕ ਅਬਾਊਟ ਹਿਊਮਨ ਰਾਈਟਸ, we may talk about humanity, we may talk about democracy, but democracy ਹੈ ਕਿੱਥੇ? ਜਿੱਥੇ ਡਾਕਟਰ ਸਾਹਿਬ ਜਿੱਥੇ ਜਿਨ੍ਹਾਂ ਮੁਲਕਾਂ 'ਚ ਡੈਮੋਕ੍ਰੇਸੀ ਦਾ ਲੇਬਲ ਹੈ, ਉੱਥੇ ਵੀ ਕਿੱਥੇ ਹੈਗੀ ਆ? ਆਮ ਬੰਦੇ ਤੱਕ ਤੇ ਡੈਮੋਕ੍ਰੇਸੀ ਹੈ ਹੀ ਨਹੀਂ ਨਾ ਜੀ, ਆਪਾਂ ਕਈ ਵਾਰ ਡਿਸਕਸ ਕੀਤਾ। ਇਸ ਕਰਕੇ ਕਿ ਜਿਹੜੀ ਡੈਮੋਕ੍ਰੇਸੀ ਹੈ ਨਾ ਜੀ, ਇਹ ਇੱਕ ਐਸੀ ਫਾਰਮ ਹੈ, ਹੋਰ ਕੋਈ ਦੂਸਰੀ ਫਾਰਮ ਸਾਹਮਣੇ ਨਜ਼ਰ ਨਹੀਂ ਆਉਂਦੀ ਪਈ। ਜਿਹੜੀ ਡੈਮੋਕ੍ਰੇਸੀ ਦੀ ਫਾਰਮ ਹੈ ਉਹ ਬੇਸਿਕਲੀ ਲੀਡ ਕਰਦੀ ਹੈ ਕਰਪਸ਼ਨ ਨੂੰ, ਕਿਉਂਕਿ ਡੈਮੋਕ੍ਰੇਸੀ ਫੇਵਰੇਟਿਜ਼ਮ ਹੈ। ਤੁਸੀਂ ਲੋਕਾਂ ਤੋਂ ਫੇਵਰ ਲੈ ਕੇ, ਪੈਸੇ ਲੈ ਕੇ ਤੁਸੀਂ ਇਲੈਕਸ਼ਨ ਲੜਦੇ ਹੋ, ਔਰ ਜਿਨ੍ਹਾਂ ਤੋਂ ਤੁਸੀਂ ਫੇਵਰ ਲੈਂਦੇ ਹੋ ਤੁਹਾਨੂੰ ਉਹ ਫੇਵਰ ਫਿਰ ਵਾਪਸ ਕਰਨੀ ਪੈਂਦੀ ਹੈ ਜਦੋਂ ਤੁਸੀਂ ਪਾਵਰ ਦੇ ਵਿੱਚ ਆਉਂਦੇ ਹੋ। ਦੈਟਸ ਨੰਬਰ 1। ਨੰਬਰ 2, ਜਿਹੜੀ ਡੈਮੋਕ੍ਰੇਸੀ ਹੈ ਦੈਟ ਆਲਸੋ ਲੀਡਸ ਟੂ ਡਿਕਟੇਟਰਸ਼ਿਪ। 5 ਸਾਲ ਲਈ ਜਿੱਥੇ 4 ਸਾਲ ਹੈ,
ਇਲੈਕਸ਼ਨ ਹੁੰਦੇ, ਜਿੱਥੇ 500 ਇਲੈਕਸ਼ਨ ਹੁੰਦੇ ਨੇ। ਹੁਣ ਤੁਸੀਂ ਇਹ ਦੇਖੋ, ਜਿਹੜਾ ਪੀਐਮਓ ਦਾ ਆਫਿਸ ਕਿਤੇ ਵੀ ਹੋਵੇ ਦੁਨੀਆ 'ਚ, ਜਿਹੜਾ ਪੀਐਮਓ ਦਾ ਆਫਿਸ ਹੈ, ਪ੍ਰਾਈਮ ਮਿਨਿਸਟਰ ਦਾ ਆਫਿਸ ਜਿਹਨੂੰ ਆਪਾਂ ਕਹਿੰਦੇ ਆ, ਉਹ ਪਾਰਟਿਕੂਲਰਲੀ ਐਂਡ ਕੰਸੈਂਟਰੇਸ਼ਨ ਆਫ ਪਾਵਰ ਇਜ਼ देयर ਕਿਤੇ ਵੀ ਦੁਨੀਆ 'ਚ ਹੋਵੇ, ਭਾਵੇਂ ਕੋਈ ਵੀ ਕੰਟਰੀ ਹੋਵੇ, ਉਸ ਕੰਸੈਂਟਰੇਸ਼ਨ ਆਫ ਪਾਵਰ ਇਜ਼ देयर। ਉਹ ਜਿਹੜੀ ਪਾਵਰ ਦੀ ਕੰਸੈਂਟਰੇਸ਼ਨ ਹੈ, ਉਹ ਡਿਕਟੇਟਰਸ਼ਿਪ ਨੂੰ ਲੀਡ ਕਰਦੀ ਆ। ਉਹ ਸਿਰਫ ਜਿੱਥੇ 5 ਸਾਲ ਦਾ ਇਲੈਕਸ਼ਨ ਹੈ, ਉਹ 4 ਸਾਲ ਕਿਸੇ ਦੀ ਪਰਵਾਹ ਨਹੀਂ ਕਰਦੇ। ਆਖਰੀ 1 ਸਾਲ ਦੇ ਵਿੱਚ ਫਿਰ ਉਹ ਕੋਸ਼ਿਸ਼ ਕਰਦੇ ਨੇ ਕਿ ਹੁਣ ਅਸੀਂ ਲੋਕਾਂ ਦੇ ਵਿੱਚ ਕੋਈ ਇਹੋ ਜਿਹੇ ਕਾਨੂੰਨ ਬਣਾਉਂਦੀ ਹੈ, ਕੋਈ ਚੀਜ਼ਾਂ ਬਣਦੀ ਹੈ, ਕੋਈ ਹੋਰ ਕੁਝ ਕਰਦੀ ਹੈ, ਤਾਂ ਕਿ ਅਸੀਂ ਦੁਬਾਰਾ ਪਾਵਰ ਦੇ ਵਿੱਚ ਆ ਸਕੀਏ। ਡੈਮੋਕ੍ਰੇਸੀ ਲੀਡਸ ਟੂ ਫੇਵਰੇਟਿਜ਼ਮ, favoritism leads to corruption, but there is no other system which is acceptable at this moment. ਡੈਮੋਕ੍ਰੇਸੀ ਦੀਆਂ ਤੇ ਅਸੀਂ ਕਰਦੇ ਰਹਿੰਦੇ ਆ ਹਮੇਸ਼ਾ ਹੀ ਵੀ ਡੈਮੋਕ੍ਰੇਸੀ ਕਹਿਣ ਦੀ ਆ ਤੇ ਆਮ ਮਨੁੱਖ ਤੱਕ ਉਹਦਾ ਹੈ ਨਹੀਂ। ਪਰ ਦੂਜੇ ਪਾਸੇ ਜੇ ਆਪਾਂ ਇਸ ਬਹਿਸ ਨਾ ਪਈਏ ਅੱਜ, ਚਲੋ ਉਸ ਤਰ੍ਹਾਂ ਤੇ ਵੇਖਿਆ ਜਾਵੇ ਤੇ ਜਿੱਥੇ ਜਿਹੜੇ ਵੀ ਮੁਲਕ ਡੈਮੋਕ੍ਰੈਟਿਕ ਨੇ, ਉਹ ਮਤਲਬ ਉਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਕੈਪੀਟਲਿਸਟ ਤਾਕਤਾਂ ਨੇ। ਉਹ ਚਾਹੁੰਦੇ ਨੇ ਕਿ ਡੈਮੋਕ੍ਰੈਟਿਕ ਸੈਟਅਪ ਰਵੇ, ਜਿਵੇਂ ਤੁਸੀਂ ਕਿਹਾ ਵੀ ਕਿਤੇ ਕਰਪਸ਼ਨ ਹੁੰਦੀ ਆ। ਉਹ ਤੋਂ ਇਲਾਵਾ ਵੀ ਮਤਲਬ ਜਿਹੜਾ ਇਹ ਸਿਸਟਮ ਆ ਮੌਜੂਦਾ ਕੈਪੀਟਲਿਸਟ ਸਿਸਟਮ, ਉਹਨੂੰ ਸੂਟ ਕਰਦੀ ਹੈ ਡੈਮੋਕ੍ਰੇਸੀ ਕਈ ਹੋਰ ਕਾਰਨਾਂ ਕਰਕੇ ਵੀ। ਕਿਸੇ ਦਿਨ ਇੱਥੇ ਤੁਹਾਡੇ ਵਿਚਾਰ ਲਾਂਗੇ, ਵਧੀਆ ਗੱਲ। ਮੇਰਾ ਖਿਆਲ ਜਿਹੜਾ ਵਰਡ ਹੈ ਨਾ ਕੈਪੀਟਲਿਜ਼ਮ, ਹਾਂਜੀ, ਉਹ ਤੁਹਾਡੇ ਦਿਮਾਗ ਦੇ ਵਿੱਚ ਉਹਦੇ ਲਈ ਬਹੁਤ ਜ਼ਿਆਦਾ ਨਫ਼ਰਤ ਹੈ। ਕੈਪੀਟਲਿਜ਼ਮ ਜਿਹੜਾ ਵਰਡ ਹੈਗਾ, ਇਟਸ ਨਾਟ ਇੰਨਾ ਨਫ਼ਰਤ ਵਾਲਾ ਲਫ਼ਜ਼ ਨਹੀਂ, ਨਫ਼ਰਤ ਕਰਕੇ ਨਹੀਂ, ਨਫ਼ਰਤ ਨਹੀਂ, ਆਪਾਂ ਉਸੇ ਸਵਾਲ 'ਚ ਰਹਿ ਰਹੇ ਹਾਂ, ਨਫ਼ਰਤ ਵਾਲਾ ਲਫ਼ਜ਼ ਨਹੀਂ ਆ। ਪਰ ਮੇਰਾ ਮਤਲਬ ਹੈ ਕਿ ਸਿਸਟਮ ਤੇ ਹੈ ਨਾ ਜੀ, ਪੈਰਲਲ ਸਿਸਟਮ ਜਿਹੜਾ ਵਾ, ਵੇਖੋ ਹੁਣ 3-4 ਤਰ੍ਹਾਂ ਦੇ। ਹਾਂਜੀ, ਦੁਨੀਆ 'ਚ ਕਿਤੇ ਵੀ ਜਿਹੜੇ ਈਵਨ ਡਿਕਟੇਟਰਸ਼ਿਪ ਨੇ, ਉਹ ਵੀ ਬੀਇੰਗ ਰਨ ਬਾਈ ਦੀ ਰਿਚ ਪੀਪਲ ਇਨ ਦੋਜ਼ ਕੰਟਰੀਜ਼। ਬਿਲਕੁਲ। ਅੱਜ ਚਾਈਨਾ ਨੇ ਜਿਹੜੀਆਂ ਪਾਲਿਸੀਜ਼ ਬਣਦੀਆਂ ਨੇ, ਚਾਈਨਾ 'ਚ ਸਭ ਤੋਂ ਜ਼ਿਆਦਾ ਬਿਲੀਅਨਰ ਬਣਦੇ ਨੇ ਹਰ ਸਾਲ। ਹਾਂਜੀ, ਉਹ ਪਾਲਿਸੀਜ਼ ਨੂੰ ਅਫੈਕਟ ਕਰਦੇ ਨੇ, ਉਹ ਪਾਲਿਸੀਜ਼ ਬਣਾਉਣ ਦੇ ਵਿੱਚ ਅਫੈਕਟ ਕਰਦੇ ਨੇ। ਸੋ ਬੇਸਿਕਲੀ ਇਟਸ ਨਾਟ ਦ ਕੁਐਸਚਨ ਆਫ ਕੈਪੀਟਲਿਜ਼ਮ, ਇਟਸ ਕੁਐਸਚਨ ਆਫ ਰਿਚ ਪੀਪਲ ਜਿਹੜੇ ਹੈਗੇ ਨੇ ਜੀ, ਉਹਨਾਂ ਨੂੰ ਤੁਸੀਂ ਕੈਪੀਟਲਿਸਟ ਕਹਿ ਲਓ। ਰਿਚ ਪੀਪਲ ਹੀ ਕੈਪੀਟਲਿਸਟ ਮੋਢੀ ਹੁੰਦੇ ਨੇ ਜੀ, ਰਿਚ ਪੀਪਲ ਹੀ ਕੈਪੀਟਲਿਸਟ ਮੋਢੀ ਹੁੰਦੇ, ਹੋਰ ਕੌਣ ਹੁੰਦੇ? ਰਿਚ ਪੀਪਲ ਜਿਹੜੇ ਨੇ ਉਹ ਦੇਖੋ ਕਿੱਥੇ ਨਹੀਂ ਹੈਗੇ ਤੁਸੀਂ ਦੁਨੀਆ ਦੇ ਵਿੱਚ। ਪਰ ਡਾਕਟਰ ਸਾਹਿਬ ਇਦਾਂ ਨਾ, ਜਿੱਦਾਂ ਚਾਈਨਾ ਵਰਗੇ ਮੁਲਕ ਦੀ ਮਿਸਾਲ ਦਿੰਦੇ ਆ, ਜਾਂ ਜਿੱਥੇ ਡਿਕਟੇਟਰਸ਼ਿਪ ਆ, ਉਹ ਤੇ ਫਿਰ ਬਾਹ ਮਰੋੜ ਕੇ ਵੀ ਕੱਢ ਲੈਂਦੇ ਆ ਨਾ ਜੋ ਉਹਨਾਂ ਨੂੰ ਚਾਹੀਦਾ ਹੁੰਦਾ। ਉਹਨਾਂ ਨੂੰ ਲੋੜ ਨਹੀਂ ਨਾ ਪੈਂਦੀ ਕਿ ਅਸੀਂ ਤੁਹਾਡੀ ਫੇਵਰ ਕਰਾਂਗੇ, ਤੁਸੀਂ ਸਾਡੀ ਫੇਵਰ ਕਰਿਓ। ਇਹ ਤੇ ਡੈਮੋਕ੍ਰੇਸੀ 'ਚ ਹੀ ਹੈ ਨਾ, ਜਿੱਥੇ ਮੁੜ ਕੇ ਉਹਨਾਂ ਨੇ ਵੋਟਾਂ ਲੈਣ ਲਈ ਧਨ ਲੈਣਾ ਆ, ਜਾਂ ਕੋਈ ਹੋਰ ਕੰਮ ਲਈ ਆਪਣਾ ਪੈਸਾ ਲੈਣਾ ਆ, ਪੋਲੀਟਿਕਸ ਜਿਹੜੀ ਚਲਾਉਣੀ ਆ। ਜਿਹੜੇ ਪਹਿਲਾਂ ਹੀ ਡਿਕਟੇਟਰ ਨੇ, ਉਹਨਾਂ ਨੂੰ ਸ਼ਾਇਦ ਉਸ ਤਰ੍ਹਾਂ ਉਹਨਾਂ ਦੇ ਉੱਤੇ ਡਿਪੈਂਡੈਂਟ ਨਹੀਂ ਰਹਿਣਾ ਪੈਂਦਾ। ਉਹ ਤਾਂ ਮੈਂ ਜਿਵੇਂ ਸ਼ਬਦ ਵਰਤਿਆ ਕਿ ਬਾਹ ਮਰੋੜ ਕੇ ਜੋ ਮਰਜ਼ੀ ਕਢਾ ਸਕਦੇ ਆ। ਨਹੀਂ ਹਰਜੀਤ ਜੀ, ਐਸੀ ਗੱਲ ਨਹੀਂ ਹੈਗੀ। ਈਵਨ ਜਿਹੜੇ ਡਿਕਟੇਟਰਸ ਹੁੰਦੇ ਨੇ, they also depend on certain people। ਉਹਨਾਂ ਦਾ ਵੀ ਆਪਣਾ ਇੱਕ ਕੋਠਰੀ ਹੁੰਦੀ ਹੈ, ਉਹਨਾਂ ਦੇ ਵੀ ਆਪਣੇ ਐਡਵਾਈਜ਼ਰਸ ਹੁੰਦੇ ਨੇ, ਉਹਨਾਂ ਦੇ ਵੀ ਆਪਣੇ ਐਕਸਪਲੋਇਟ ਕਰਨ ਵਾਲੇ ਲੋਕ ਹੁੰਦੇ ਨੇ। ਹਾਂਜੀ, ਜਿਹੜੇ ਉਹਨਾਂ ਨੂੰ ਉਹਨਾਂ ਦੇ ਥਰੂ ਐਕਸਪਲੋਇਟ ਕਰਦੇ ਨੇ। ਸੋ ਐਕਸਪਲੋਇਟੇਸ਼ਨ ਇਜ਼ ਆਲਵੇਜ਼ ਦੇਅਰ। ਇਹ ਜਿਹੜਾ ਪਾੜਾ ਪਿਆ ਦਾ ਨਾ, ਅਸਲ ਮੈਨੂੰ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਦੁਨੀਆ ਦੇ ਵਿੱਚ, ਉਹ ਇਹ ਹੈ ਕਿ ਅਮੀਰ ਹੁੰਦਾ ਜਾ ਰਿਹਾ, ਗਰੀਬ ਹੁੰਦਾ ਜਾ ਰਿਹਾ, ਔਰ ਇਹਦੇ ਬਾਰੇ ਕੋਈ ਦੁਨੀਆ 'ਤੇ ਚਰਚਾ ਨਹੀਂ ਹੋ ਰਹੀ। ਇਹਦੇ ਬਾਰੇ ਕੋਈ ਵੀ ਕਿਸੇ ਵੀ ਜਗ੍ਹਾ ਦੇ ਉੱਪਰ ਛੋਟੀਆਂ-ਮੋਟੀਆਂ ਗੱਲਾਂ ਜ਼ਰੂਰ ਹੁੰਦੀਆਂ ਨੇ ਜੀ, ਲੇਕਿਨ ਇਸ ਦੇ ਬਾਰੇ ਬਕਾਇਦਾ ਸੋਸ਼ਲ ਸਾਇੰਟਿਸਟ ਜਾਂ ਪੋਲੀਟੀਕਲ ਸਾਇੰਟਿਸਟ ਜਾਂ ਦੂਜੇ ਜਿਹੜੇ ਨੇ, they are not worried about it for the time being. They should be. ਡਾਕਟਰ ਸਾਹਿਬ ਬਿਲਕੁਲ, ਪਰ ਉਹ ਡਾਕਟਰ ਸਾਹਿਬ ਗੱਲ ਤੇ ਅਸਲ 'ਚ ਇਹ ਆ, ਜਿਹੜੀਆਂ ਆਜ਼ਾਦੀਆਂ ਡੈਮੋਕ੍ਰੇਸੀ ਦਿੰਦੀ ਆ ਨਾ, ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ, ਆਜ਼ਾਦੀਆਂ ਦਿੰਦੀ, ਬਖੂਬ ਆਜ਼ਾਦੀ ਲੋਕੀ ਮਾਣਦੇ ਆ, ਅਸੀਂ ਬਹੁਤ ਕ੍ਰਿਟਿਸਾਈਜ਼ ਕਰਦੇ ਆ। ਟਰੂਡੋ ਸਾਹਿਬ ਨੂੰ ਅਸੀਂ ਕਹਿ ਦਿੰਦੇ ਵੀ ਜਿੱਦਾਂ ਉਹ ਗੱਲ ਹੀ ਕੋਈ ਨਹੀਂ, ਸਾਡੇ ਵਰਗਾ ਹੀ ਬੰਦਾ, ਉਹ ਕਿਹੜਾ ਕਿਤੇ ਅਸਮਾਨੋਂ ਉਤਰਿਆ, ਬਹੁਤ ਕੁਝ ਆਪਾਂ ਕਹਿ ਲੈਂਦੇ ਆ। ਪਰ ਉਹਦੇ ਬਾਵਜੂਦ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਜਿਹੜਾ ਪਾੜਾ ਵਾ, ਪਾੜੇ ਵਾਲੀ, ਤੇ ਫਿਰ ਜੇ ਸਮਝ ਆਪਾਂ ਰੱਖਦੇ, ਤੁਸੀਂ ਰੱਖਦੇ ਹੋ, ਸਾਨੂੰ ਵੀ ਮਾੜਾ ਮੋਟਾ ਪਤਾ ਪਾੜਾ, ਤੇ ਇਸ ਜਿਹੜਾ ਫਿਰ ਸ਼ਬਦ ਕੈਪੀਟਲਿਸਟ ਹੀ ਵਰਤਣਾ ਪਊਗਾ ਮੈਨੂੰ, ਕੈਪੀਟਲਿਸਟ ਸੁਸਾਇਟੀ ਦਾ ਮਤਲਬ ਇੱਕ ਮੁੱਢਲਾ ਸਿਧਾਂਤ ਹੈ ਕਿ ਉਹ ਪਾੜਾ ਰਹੇਗਾ ਤੇ ਤਾਂ ਹੀ ਕੈਪੀਟਲਿਸਟ ਸਮਾਜ ਰਹੇਗਾ। ਉਹ ਤਾਂ ਕਦੀ ਬਰਾਬਰਤਾ ਤੇ ਕਰਨਗੇ ਹੀ ਨਹੀਂ। ਬਰਾਬਰਤਾ ਕਿੱਦਾਂ ਹੋ ਸਕਦੀ ਆ? ਬਰਾਬਰਤਾ ਵੈਸੇ ਵੀ ਤੇ ਬਰਾਬਰਤਾ ਨੂੰ ਇਮੇਜਿਨ ਕਰਨਾ ਜਾਂ ਇੱਕ ਇਮੇਜਿਨਰੀ ਥਿੰਗ ਹੈ, ਉਹ ਹਿਰਨ ਦੀ ਕਸਤੂਰੀ ਵਾਂਗੂ ਹੈ, ਕਿਤੇ ਵੀ ਨਹੀਂ।
ਦੁਨੀਆ 'ਚ ਜਿੰਨਾ ਮਰਜ਼ੀ ਸਮਾਜਵਾਦ ਕਹਿ ਲਈਏ, ਸਮਤਾ ਦੀ ਗੱਲ, ਬਰਾਬਰਤਾ ਦੀ ਗੱਲ ਕਿਤੇ ਹੈ ਨਹੀਂ, ਨਾ ਹੀ ਇਹ ਪੋਸੀਬਲ ਹੋ ਸਕਦੀ ਹੈ। ਜੀ ਨਹੀਂ, ਮੈਂ ਕਦੀ ਵੀ ਨਹੀਂ ਕਿਹਾ ਜ਼ਿੰਦਗੀ ਦੇ ਵਿੱਚ ਬਰਾਬਰਤਾ ਹੋ ਸਕਦੀ ਹੈ। ਲੇਕਿਨ ਮੈਂ ਕਹਿੰਦਾ ਕਿ 1 ਔਰ 1000 ਦੇ ਵਿੱਚ ਉਹ ਜਿਹੜਾ ਲਾਈਨ ਹੈ ਉਹ ਬਹੁਤ ਜ਼ਿਆਦਾ, 1 ਔਰ 100 ਦੀ ਜਿਹੜੀ ਲਾਈਨ ਹੈ ਉਹ ਐਕਸੈਪਟੇਬਲ ਹੋ ਸਕਦੀ ਹੈ। ਲੇਕਿਨ ਹੁਣ ਜਿਹੜੀ ਲਾਈਨ ਹੈ ਉਹ ਐਡੀ ਵੱਡੀਆਂ ਹੋ ਚੁੱਕੀ ਦੀਆਂ ਨੇ ਕਿ ਉਹਦੇ ਵਿੱਚ ਕਾਫੀ ਜ਼ਿਆਦਾ ਆਮ ਆਦਮੀ ਨੂੰ, ਗਰੀਬ ਆਦਮੀ ਨੂੰ ਨੁਕਸਾਨ ਹੋ ਰਿਹਾ। ਦੈਟਸ ਆਲ ਜੀ। ਡਾਕਟਰ ਸਾਹਿਬ, ਆਪਾਂ 올림픽 ਦੀ ਫੇਰ ਗੱਲ ਕਰ ਲਈਏ, ਭਾਰਤ ਦਾ ਕੀ ਸਟੇਟਸ ਆ? ਤੇ ਕਿਉਂਕਿ ਭਾਰਤ ਵੱਲ ਵੀ ਸਾਡੀ ਨਿਗਾਹ ਸਭ ਦੀ ਰਹਿੰਦੀ ਆ, ਪ੍ਰੋਗਰਾਮ ਵੀ ਆਪਾਂ ਪੰਜਾਬੀ ਕਰਦੇ ਆ ਤੇ ਪੰਜਾਬੀ ਸਾਡੇ ਦਰਸ਼ਕ ਸਾਨੂੰ ਦੇਖਦੇ ਆ, ਔਰ ਉਹਨਾਂ ਦੀ ਰੁਚੀ ਕੁਦਰਤੀ ਆ ਕਿ ਭਾਰਤ ਤੇ ਪੰਜਾਬ ਵੱਲ ਜ਼ਿਆਦਾ ਹੁੰਦੀ ਆ। ਤੋ ਭਾਰਤ 'ਚ ਐਰਕੀ ਫੇਰ ਪੰਜਾਬ ਵਾਲਿਆਂ ਨੂੰ ਇਹ ਬੜਾ ਮਾਣ ਰਿਹਾ ਆ ਕਿ ਕੋਈ ਜ਼ਮਾਨਾ ਹੁੰਦਾ ਸੀਗਾ ਕਿ ਜਿਹੜੀ 올림픽ਸ ਵੀ ਟੀਮਾਂ ਖੇਡਦੀਆਂ ਸੀਗੀਆਂ, ਚਾਹੇ ਉਹ ਕੀਨੀਆ ਦੀ ਟੀਮ ਹੋਵੇ, ਚਾਹੇ ਪਾਕਿਸਤਾਨ ਦੀ ਹੋਵੇ, ਚਾਹੇ ਭਾਰਤ ਦੀ, ਉਹ 'ਚ ਪੰਜਾਬੀ ਹੁੰਦੇ ਸੀ। ਤੇ ਕਹਿੰਦੇ, ਜਦੋਂ ਮੈਂ BBC ਦੀ ਇੱਕ ਰਿਪੋਰਟ ਵੇਖ ਰਿਹਾ ਸੀਗਾ ਕਿ ਜਦੋਂ ਮੈਚ ਉਹਨਾਂ ਦਿਨਾਂ 'ਚ ਹੋਇਆ ਕਰਦੇ, ਜਦੋਂ ਏਸ਼ੀਆ ਦੀ ਸਰਦਾਰੀ ਹੁੰਦੀ ਸੀ ਹਾਕੀ ਵਿੱਚ, ਤੇ ਜਦੋਂ ਇਹਨਾਂ ਟੀਮਾਂ ਦੇ ਦਰਮਿਆਨ ਖਾਸ ਕਰਕੇ ਭਾਰਤ ਤੇ ਪਾਕਿਸਤਾਨ ਜਿਹੜੇ ਇੱਕ ਦੂਜੇ ਦੇ ਕਾਫੀ ਮਤਲਬ ਇੰਜ ਕਹਿ ਲਓ ਵੀ ਕੰਪੀਟੀਟਰ ਨੇ, ਮੈਂ ਉਹਨਾਂ ਨੂੰ ਦੂਜੇ ਤਰ੍ਹਾਂ ਸ਼ਬਦ ਨਹੀਂ ਕਹਿੰਦਾ, ਤੇ ਕਹਿੰਦੇ ਆ ਕਿ ਉੱਥੇ ਜਦੋਂ ਗਰਾਊਂਡ ਹੁੰਦੀ ਸੀ ਉਹਦਾ ਮਾਹੌਲ ਵੀ ਪੂਰਾ ਪੰਜਾਬੀ ਬਣ ਜਾਂਦਾ ਸੀ। BBC ਨੇ ਵਰਤਿਆ ਸੁੱਟ ਨੂਰਿਆ, ਚੁੱਕ ਚੰਨਿਆ, ਮਤਲਬ ਇਸ ਤਰ੍ਹਾਂ ਦੀ ਮਤਲਬ ਉੱਥੇ ਮਾਹੌਲ ਸਿਰਜਿਆ ਜਾਂਦਾ ਸੀ ਹਾਕੀ ਦਾ। ਤੇ ਸਰਦਾਰੀ ਰਹੀ ਏਸ਼ੀਆ ਦੀ ਬੜੇ ਸਾਲ, ਤੇ ਹੁਣ ਪਾਕਿਸਤਾਨ ਕੁਆਲੀਫਾਈ ਵੀ ਨਹੀਂ ਕਰ ਸਕਿਆ ਤੇ ਭਾਰਤ ਦੂਜੇ ਮੈਚ ਹੀ 7 ਗੋਲ ਲੈ ਕੇ ਬਹਿ ਗਿਆ। 1984 ਦੇ ਬਾਅਦ ਹਾਕੀ ਜਿਹੜੀ ਹੈ ਉਹ ਹਿੰਦੁਸਤਾਨ ਔਰ ਪਾਕਿਸਤਾਨ ਦੇ ਵਿੱਚ ਨਾ ਤਕਰੀਬਨ ਖਤਮ ਹੋ ਚੁੱਕੀ ਹੋਈ ਹੈ। ਕਿਉਂਕਿ ਇਹਨਾਂ ਨੂੰ ਪ੍ਰੋਤਸਾਹਨ ਕਿਹਨਾਂ ਨੇ ਦੇਣਾ ਹੁੰਦਾ? ਪੋਲੀਟੀਸ਼ੀਅਨ ਨੇ। ਜਿਹੜੇ ਹਿੰਦੁਸਤਾਨ ਦੇ ਪੋਲੀਟੀਸ਼ੀਅਨ ਨੇ ਉਹ ਕ੍ਰਿਕਟ ਦੇ ਪ੍ਰੈਜ਼ੀਡੈਂਟ ਬਣੇ ਹੋਏ ਨੇ। ਮੋਦੀ ਸੀਗਾ ਜਿਹੜੇ ਚੀਫ ਮਿਨਿਸਟਰ ਹੁੰਦਾ ਉਹ, ਜਾਂ ਉਹਦਾ ਮਤਲਬ ਰਾਈਟ ਹੈਂਡ, ਉਹ ਕ੍ਰਿਕਟ ਦਾ ਪ੍ਰੈਜ਼ੀਡੈਂਟ ਬਣ ਜਾਂਦਾ ਆਪਣੇ ਸੂਬੇ ਦਾ। ਮੋਦੀ ਪ੍ਰੈਜ਼ੀਡੈਂਟ ਰਿਹਾ, ਅਮਿਤ ਸ਼ਾਹ ਪ੍ਰੈਜ਼ੀਡੈਂਟ ਰਿਹਾ, ਹੁਣ ਅਮਿਤ ਸ਼ਾਹ ਦਾ ਮੁੰਡਾ ਜਿਹੜਾ ਉਹ ਜਨਰਲ ਸੈਕਟਰੀ ਹੈ, ਔਰ ਏਸ਼ੀਅਨ ਕ੍ਰਿਕਟ ਟੀਮ ਦਾ ਉਹ ਪ੍ਰੈਜ਼ੀਡੈਂਟ ਹੈ। ਸੋ ਅਗਰ ਅਸੀਂ ਇਹਨਾਂ ਚੀਜ਼ਾਂ ਨੂੰ ਦੇਖੀਏ ਤੇ ਇੱਕ ਟਾਈਮ ਹੁੰਦਾ ਸੀ ਸੰਸਾਰਪੁਰ ਦੇ ਵਿੱਚੋਂ ਇੱਕ ਵਾਰੀ 7 ਪਲੇਅਰਸ, 7 ਪਲੇਅਰਸ ਸੰਸਾਰਪੁਰ ਦੇ ਸੀਗੇ ਇੰਡੀਅਨ ਹਾਕੀ ਟੀਮ ਦੇ ਵਿੱਚ। 1976 ਦੇ ਵਿੱਚ ਇੱਥੇ 올림픽ਸ ਹੋਈਆਂ ਮੌਂਟਰੀਅਲ ਦੇ ਵਿੱਚ। ਹਰਜੀਤ ਜੀ, ਮੈਂ ਤੇ ਟਾਈਗਰ ਸਿੰਘ ਦਾ ਵੱਡਾ ਭਰਾ ਇੱਥੇ ਸੁਰਜੀਤ ਹੰਸ, ਅਸੀਂ ਦੋਨਾਂ ਜਿਹਨਾਂ ਨੇ ਫੈਸਲਾ ਕੀਤਾ, ਉਹ ਪ੍ਰੈਜ਼ੀਡੈਂਟ ਬਣਿਆ ਐਸੋਸੀਏਸ਼ਨ ਦਾ, ਮੈਂ ਜਨਰਲ ਸੈਕਟਰੀ ਬਣਿਆ। ਅਸੀਂ ਫੈਸਲਾ ਕੀਤਾ ਕਿ ਅਸੀਂ ਟੀਮ ਨੂੰ ਇਨਵੀਟੇਸ਼ਨ ਭੇਜਦੇ ਹਾਂ ਵੀ 1 ਮਹੀਨਾ ਤੁਸੀਂ ਪਹਿਲਾਂ ਆਓ ਔਰ ਆਪਣੇ ਆਪ ਨੂੰ ਇੱਥੇ ਕਲਾਈਮੇਟਿਕਲੀ ਹਾਂਜੀ ਐਡਜਸਟ ਕਰੋ। ਚਲੋ ਜੀ, 1 ਮਹੀਨਾ ਆਇਆ ਸੀ। $30,000 ਉਦੋਂ ਇਕੱਠਾ ਕੀਤਾ ਲੋਕਾਂ ਤੋਂ, ਹਾਂਜੀ, $30,000 ਐਟ ਦੈਟ ਟਾਈਮ ਇਨ 1976। ਅਸੀਂ ਉਹਨਾਂ ਨੂੰ ਇੱਥੇ 1 ਮਹੀਨੇ ਦੀ ਟ੍ਰੇਨਿੰਗ ਦਿੱਤੀ, ਹੋਟਲ 'ਚ ਰੱਖਿਆ, ਖਾਣ ਪੀਣ ਦਾ ਕੰਮ ਰਿਹਾ। ਅਜੀਤ ਕੈਪਟਨ ਸੀਗਾ। ਇਮੈਜਿਨ ਕਰੋ ਤੁਸੀਂ। ਅੱਛਾ, ਹੁਣ ਅਸੀਂ ਤੇ 24 ਘੰਟੇ ਉਹਨਾਂ ਨਾਲ ਨਹੀਂ ਸੀ ਰਹਿ ਸਕਦੇ, ਉਦੋਂ ਪੰਜਾਬੀ ਅਜੇ ਇੰਨੇ ਆਏ ਨਹੀਂ ਸੀ, ਕੋਈ ਅਰਾਊਂਡ 10-15,000 ਹੋਣਗੇ, 20,000 ਹੋਣਗੇ। ਉਹ ਉਹਨਾਂ ਦੇ ਪਿੰਡਾਂ ਦੇ ਬੰਦੇ ਉਹਨਾਂ ਨੂੰ ਹੋਟਲਾਂ ਦੇ ਵਿੱਚੋਂ ਰਾਤੀ ਲੈ ਜਾਣਾ। ਅੱਛਾ ਜੀ, ਉੱਥੇ ਜਾ ਕੇ ਉਹਨੇ ਬੜੀ ਸੇਵਾ ਕਰਨੀ, ਸ਼ਰਾਬ ਪਿਲਾਉਣਾ ਔਰ ਹੋਰ ਬਾਕੀ ਚੀਜ਼ਾਂ ਪ੍ਰੋਵਾਈਡ ਕਰਨੀਆਂ, ਉਹ ਉਹਨਾਂ ਲਈ ਬੜੀ ਵੱਡੀ ਚੀਜ਼ ਸੀਗੀ। ਅੱਛਾ, ਹੋਇਆ ਕਿ ਅਸੀਂ ਫਿਰ ਮੌਂਟਰੀਅਲ ਗਏ ਤੇ ਜਿਹੜੀ ਟੀਮ ਉਦੋਂ ਇਹ ਵਰਲਡ ਦੇ ਵਿੱਚ 3rd ਸੀਗੀ, ਉਹ ਟੀਮ ਉੱਥੇ ਜਾ ਕੇ ਸਾਰੇ ਮੈਚ ਹਾਰ ਕੇ 7ਵੇਂ ਨੰਬਰ ਤੇ ਆਈ, ਕਿਉਂਕਿ ਉਹਨਾਂ ਨੇ ਇੱਥੇ ਬੌਦਰ ਹੀ ਨਹੀਂ ਕੀਤਾ ਕਿ ਭਾਈ ਸਾਡੀ ਇੰਨੀ ਖਾਤਰ ਕਰ ਰਹੇ ਨੇ, ਸਭ ਕੁਝ ਕਰ ਰਹੇ ਨੇ, ਉਹ ਆਪਣੀ ਮਦਦ ਦੇ ਵਿੱਚ ਚਲੇ ਗਏ। ਸੋ ਇੱਕ ਜੋਸ਼ ਹੁੰਦਾ ਜੀ ਪਲੇਅਰਸ ਦੇ ਵਿੱਚ। ਇੱਕ ਪਲੇਅਰਸ ਜਿਹੜੇ ਨੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਹਾਂ ਭਾਈ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਅੱਗੇ ਬਣਾਉਣਾ। ਜਿਹੜੇ ਪਲੇਅਰਸ ਨੇ ਬੜੇ ਡੈਡੀਕੇਟਿਡ ਹੁੰਦੇ ਨੇ। ਮੈਂ ਬਹੁਤ ਹਾਕੀ ਦੇ ਪਲੇਅਰ ਬਲਬੀਰ, ਅਜੀਤ, ਰਮਿੰਦਰ, ਹਾਂਜੀ, ਜਿਹੜਾ ਆਪਣਾ ਬਾਅਦ ਦੇ ਵਿੱਚ ਚੀਫ ਮਿਨਿਸਟਰ ਜਿਹਨੂੰ ਮਾਰ ਦਿੱਤਾ ਗਿਆ ਸੀ, ਉਹਦਾ ਜਵਾਈ ਵੀ ਸੀਗਾ, ਸਪੋਰਟਸ ਡਾਇਰੈਕਟਰ ਵੀ ਸੀਗਾ ਪੰਜਾਬ ਦਾ, ਉਹ ਵੀ ਇੰਡੀਆ ਖੇਲਿਆ, ਡਿਫੈਂਸ ਸੀਗਾ ਉਹਦਾ, ਰਾਈਟ ਡਿਫੈਂਸ ਉਹ ਖੇਲਦਾ ਸੀਗਾ। ਅਸੀਂ ਇਹਨਾਂ ਦੇ ਨਾਲ ਬਹੁਤ ਮੇਰਾ ਉੱਠਣਾ ਬੈਠਣਾ ਸੀਗਾ। ਲੇਕਿਨ ਇਹਨਾਂ ਨੇ ਜੋ ਪ੍ਰੈਕਟਿਸ ਕਰਨੀ, ਤੁਸੀਂ ਹੈਰਾਨ ਹੋ ਕਿ ਗੌਰਮੈਂਟ ਕਾਲਜ ਦੀ ਜਿਹੜੀ ਗਰਾਊਂਡ ਹੈ ਨਾ, ਉਹ ਵਨ ਆਫ ਦਾ ਬੈਸਟ ਗਰਾਊਂਡ ਮੰਨੀ ਜਾਂਦੀ ਹੈ ਪੰਜਾਬ ਦੇ ਵਿੱਚ। ਅੱਛਾ, ਉੱਥੇ ਪ੍ਰੈਕਟਿਸ ਹੋਣੀ
ਔਰ ਉਹਦੇ ਬਾਅਦ ਪ੍ਰੈਕਟਿਸ ਕਰਨ ਦੇ ਬਾਅਦ ਜੀ ਇੱਕ ਵੱਡੀ ਬੋਤਲ ਮੰਗਾ ਕੇ 5-7 ਬੰਦਿਆਂ ਨੇ ਬਹਿ ਜਾਣਾ, ਸਾਹਮਣੇ ਚਾਚੇ ਦੀ ਦੁਕਾਨ ਹੁੰਦੀ, ਉੱਥੋਂ ਪਕੌੜੇ ਮੰਗਾਣੇ, ਸ਼ਰਾਬ ਪੀ ਕੇ ਫਿਰ ਆਪਣੇ ਬੱਲੇ ਬੱਲੇ ਹੋ ਜਾਣਾ। ਇਹ ਇੱਕ ਬੜੀ ਜਿਹੜੀ ਚੀਜ਼ ਹੈ ਨਾ, ਇਹ ਦਿਲਾਂ ਦੇ ਵਿੱਚੋਂ ਉੱਠਦੀ ਹੈ। ਜਿਹੜੇ ਪਲੇਅਰ ਦੇ ਨੇ ਨਾ, ਹਾਂਜੀ ਮੈਂ ਇਹੋ ਜਿਹੇ ਪਹਿਲਵਾਨ ਦੇਖੇ ਨੇ। ਇੱਕ ਕੌਮੀ ਪਹਿਲਵਾਨ ਹੁੰਦਾ ਸੀਗਾ ਆਪਣੇ ਦਿੱਲੀ ਦੇ ਵਿੱਚ, ਅੱਛਾ ਉਹਨੂੰ ਮੈਂ ਇੰਡੀਆ ਦੇ ਵਿੱਚ ਸਿਲੈਕਟ ਕਰਾਉਂਦੇ ਜੀ, ਉਹਦੀ ਮੈਂ ਕਾਫੀ ਹੈਲਪ ਕੀਤੀ। ਉਹ ਬੜੇ ਡੈਡੀਕੇਟਿਡ ਸੀਗੇ। ਉਹਨਾਂ ਦਾ ਅਖਾੜੇ ਦੇ ਵਿੱਚ 8 ਘੰਟੇ ਉਹਨਾਂ ਨੇ ਲਗਾਉਣੇ ਹੀ ਲਗਾਉਣੇ ਨੇ। ਉਹਨਾਂ ਦਾ ਖਾਣ ਪੀਣ ਦਾ ਬੜਾ ਖਾਸ ਸਿਸਟਮ ਹੁੰਦਾ ਸੀਗਾ। ਦੇ ਵਰ ਡੈਡੀਕੇਟਿਡ। ਲੇਕਿਨ ਡੈਡੀਕੇਸ਼ਨ ਜਿਹੜੀ ਆ ਉਹ ਹੁਣ ਖਤਮ ਹੋ ਗਈ। ਹਾਂ, ਹਿੰਦੁਸਤਾਨ ਦੀ ਤੁਸੀਂ ਗੱਲ ਕੀਤੀ, ਇੱਕ ਮਣੀਪੁਰ ਤੋਂ ਲੜਕੀ ਜਿਹੜੀ ਆ ਉਹ ਵੇਟ ਲਿਫਟ ਦੇ ਵਿੱਚ ਉਹਨੇ ਸਿਲਵਰ ਮੈਡਲ ਜਿੱਤਿਆ ਔਰ ਇੰਡੀਆ ਵਾਪਸ ਵੀ ਪਹੁੰਚ ਗਈ ਆ। ਔਰ ਉਹਨੂੰ ਬਕਾਇਦਾ ਅਨਾਉਂਸ ਵੀ ਕਰ ਦਿੱਤਾ ਗਿਆ। ਹੁਣ ਤੱਕ ਮੇਰਾ ਖਿਆਲ ਕੋਈ 50 ਲੱਖ ਰੁਪਈਆ ਉਹਨੂੰ ਡਿਫਰੈਂਟ ਚੀਫ ਮਿਨਿਸਟਰਾਂ ਨੇ ਔਰ ਪ੍ਰਾਈਮ ਮਿਨਿਸਟਰਾਂ ਨੇ ਉਹਨੂੰ ਮਤਲਬ ਰਕਮ ਦੇਣ ਦਾ ਵਾਅਦਾ ਕੀਤਾ। ਪਤਾ ਨਹੀਂ ਉੱਥੇ ਮਿਲਦੀ ਹੈ ਰਕਮ ਜਾਂ ਨਹੀਂ, ਲੇਕਿਨ ਅਨਾਉਂਸਮੈਂਟਾਂ ਜ਼ਰੂਰ ਹੋ ਜਾਂਦੀਆਂ। ਹਾਂਜੀ ਬਿਲਕੁਲ। ਉਹ ਪਲੇਅਰ ਜਿਹੜੀ ਹੈ ਜੀ, ਉਹ ਵਿਚਾਰੀ ਬਹੁਤ ਕਹਿੰਦੇ ਆ ਕਿ ਉਹ ਗਰੀਬ ਘਰ ਚੋਂ ਆਈ ਸੀ, ਔਰ ਪਿਛਲੀ ਵਾਰ ਜਦੋਂ ਉਹ ਵਿਚਾਰੀ ਫਿਨਿਸ਼ ਹੀ ਨਹੀਂ ਕਰ ਸਕੀ, ਉਹਦੇ ਕੋਲ ਚੁੱਕਿਆ ਹੀ ਨਹੀਂ ਗਿਆ ਭਾਰ, ਇੰਨੀ ਨਰਵਸ ਹੋ ਗਈ ਸੀਗੀ। ਔਰ ਇਸ ਵਾਰ ਉਹਨੂੰ ਮੌਕਾ ਪਤਾ ਨਹੀਂ ਇਹਨਾਂ ਕਿਸ ਤਰ੍ਹਾਂ ਦੇ ਦਿੱਤਾ ਤੇ ਉਹ ਉੱਥੇ ਪਹੁੰਚ ਗਈ। ਅਦਰਵਾਈਜ਼ ਮੈਨੂੰ ਲੱਗਦਾ ਕਿ ਭਾਰਤ ਵਿੱਚ ਡਾਕਟਰ ਸਾਹਿਬ ਇਹ ਵੀ ਤੇ ਗੱਲ ਹੈ ਨਾ, ਜਿਹੜੀਆਂ ਟੀਮਾਂ, ਜਿਹੜਾ ਜਿਵੇਂ ਕ੍ਰਿਕਟ ਦਾ ਤੇ ਬਾਜ਼ਾਰ ਬਣ ਗਿਆ ਨਾ, ਉੱਥੇ ਤੇ ਵੱਡੇ ਪੱਧਰ ਤੇ ਹੁੰਦਾ ਸਭ ਕੁਝ, ਮੈਚ ਫਿਕਸਿੰਗ ਵੀ ਹੁੰਦੀ ਆ, ਪਲੇਅਰਾਂ ਨੂੰ ਲੈਣ ਦਾ ਵੀ ਹੁੰਦਾ। ਪਰ ਜਦੋਂ ਓਲੰਪਿਕ ਵਰਗੇ ਇਵੈਂਟ ਹੁੰਦੇ ਆ, ਜਿਹੜੀਆਂ ਬਾਕੀ ਗੇਮਾਂ ਨੇ, ਹੁਣ ਐਥਲੈਟਿਕਸ ਦੇ ਵਿੱਚ ਵੀ ਭਰਤੀ ਜੇ ਇਸ ਤਰੀਕੇ ਨਾਲ ਹੋਣ ਲੱਗ ਜਾਵੇ, ਜਾਂ ਤੀਰ ਅੰਦਾਜ਼ੀ 'ਚ ਜਾਂ ਉਹਨਾਂ ਚੀਜ਼ਾਂ 'ਚ ਕਿ ਮੇਰਾ ਇਹਨੂੰ ਫੇਵਰ ਕਰਨਾ ਆ, ਤੇ ਫਿਰ ਉੱਥੇ ਜਿੱਤਣ ਵਾਲੀ ਗੱਲ ਤੇ ਕਿਤੇ ਨਜ਼ਰ ਘੱਟ ਹੀ ਆਊਗੀ ਨਾ ਆਪਾਂ ਨੂੰ। ਨੈਚੁਰਲੀ ਦੇਖੋ, ਬੇਸਿਕਲੀ ਉੱਥੇ ਗਵਰਨਮੈਂਟ ਜਿਹੜੀ ਆ ਉਹ ਹੈਲਪ ਘੱਟ ਕਰਦੀ ਆ। ਤੁਸੀਂ ਜਾਣਦੇ ਹੋ ਪਟਿਆਲੇ ਦੇ ਵਿੱਚ ਸਪੋਰਟਸ ਕਾਲਜ ਹੈਗਾ, ਤੁਹਾਨੂੰ ਪਤਾ ਨਾ? ਪਟਿਆਲੇ ਤੁਸੀਂ INSS ਹੁਣ ਤੇ ਯੂਨੀਵਰਸਿਟੀ ਬਣ ਗਈ, ਭੁਪਿੰਦਰਾ ਯੂਨੀਵਰਸਿਟੀ ਆਫ ਸਪੋਰਟਸ ਬਣ ਗਈ ਹੈ ਜੀ। ਉਹਦੇ ਵਿੱਚ ਹੀ ਹੁਣ ਪਿਛਲੇ 5-7 ਸਾਲਾਂ ਦੇ ਵਿੱਚ, 10 ਸਾਲਾਂ 'ਚ ਕੋਈ ਸਿਚੁਏਸ਼ਨ ਠੀਕ ਹੋਈ ਹੈ। ਨਹੀਂ ਤਾਂ ਉੱਥੇ ਜਿਹੜਾ ਪੈਸਾ ਜਾਂਦਾ ਸੀ ਨਾ ਪਲੇਅਰਸ ਨੂੰ ਖਵਾਉਣ ਪਿਆਉਣ ਦਾ, ਹਾਂਜੀ, ਉਹ 50% ਉਹਦੇ ਵਿੱਚੋਂ ਆਪ ਖਾ ਜਾਂਦੇ ਸੀ, ਤੇ ਪਲੇਅਰਸ ਨੂੰ ਜਿੰਨੀ ਖੁਰਾਕ ਮਿਲਣੀ ਚਾਹੀਦੀ ਸੀ ਉਹ ਨਹੀਂ ਸੀ ਮਿਲਦੀ। ਇਹ ਰਿਐਲਿਟੀ ਹੈ ਉੱਥੋਂ ਦੀ। ਸੋ ਇਸ ਕਰਕੇ ਕਰਪਸ਼ਨ ਬਹੁਤ ਜ਼ਿਆਦਾ ਸੀ। ਸੋ ਪਲੇਅਰ ਕਿੱਥੋਂ ਪੈਦਾ ਹੋਣ? ਮੈਨੂੰ ਯਾਦ ਹੈ ਆਪਣਾ ਚੰਡੀਗੜ੍ਹ ਦਾ ਮੁੰਡਾ ਜਿਹੜਾ ਸ਼ੂਟਿੰਗ ਦੇ ਵਿੱਚ ਉਹਨੇ 골ਡ ਮੈਡਲ ਜਿੱਤਿਆ ਸੀ, ਉਹਦਾ ਬਾਪ ਨੇ ਲੱਖਾਂ ਰੁਪਈਏ ਉਹਦੀ ਟ੍ਰੇਨਿੰਗ ਦੇ ਉੱਪਰ ਖਰਚ ਕੀਤੇ। ਬਿੰਦਰਾ ਦੀ ਗੱਲ ਕਰ ਰਹੇ ਹਾਂਜੀ ਹਾਂਜੀ, ਲੱਖਾਂ ਰੁਪਈਏ ਖਰਚ ਕੀਤੇ, ਕਿਉਂਕਿ ਗੋਲੀਆਂ ਰੋਜ਼ 100 ਚਲਾਉਣੀਆਂ ਨੇ ਪ੍ਰੈਕਟਿਸ ਕਰਨ ਲਈ। ਡਾਕਟਰ ਸਾਹਿਬ ਬਿੰਦਰਾ ਸਾਹਿਬ ਨੇ ਪੈਸੇ ਵੀ ਸਾਰੇ ਸਪੋਰਟਸ ਚੋਂ ਹੀ ਕਮਾਏ ਸੀ, ਤੁਹਾਨੂੰ ਪਤਾ ਹੋਣਾ ਚਾਹੀਦਾ। ਉਹਦੇ ਫਾਦਰ ਨੇ, ਉਹ ਵੀ ਬੜੇ ਚੇਅਰਮੈਨ ਰਹੇ, ਬੜਾ ਕੁਝ ਰਹੇ ਨੇ ਉਹ ਵੀ। ਨਹੀਂ ਆਪਣੇ ਦੂਜਿਆਂ ਦੇ ਖੋ ਕੇ ਆਪਣੇ ਬੇਟੇ ਦੇ ਲਾਤੇ ਹੋਣੇ ਆ। ਨਹੀਂ ਲਾਏ ਬੜੇ। ਨਹੀਂ, ਮੈਂ ਤੁਹਾਨੂੰ ਦੱਸਣਾ ਕਿ ਉੱਥੇ ਜਿਹੜੇ ਕਿ ਗਵਰਨਮੈਂਟਾਂ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ, ਉੱਥੇ ਪੈਸਾ ਜਿਹੜਾ ਆਪਣੀ ਜੇਬ ਦੇ ਵਿੱਚੋਂ ਬੰਦਾ ਖਰਚ ਕਰ ਲੈਂਦਾ, ਉਹ ਠੀਕ ਆ, ਉਹਦੇ ਲਈ ਥੋੜੀ ਬਹੁਤੀ ਗੱਲਬਾਤ ਬਣ ਜਾਂਦੀ ਹੈ। ਡਾਕਟਰ ਸਾਹਿਬ, ਆਪਾਂ 2 ਖਬਰਾਂ ਹੋਰ ਤੁਹਾਡੇ ਨਾਲ ਕਰਨੀਆਂ ਨੇ। ਇੱਕ ਤਾਂ ਮੈਨੂੰ ਅਫਗਾਨਿਸਤਾਨ ਵਾਲੀ ਖਬਰ ਬਾਰ-ਬਾਰ ਘੇਰ ਕੇ ਲੈ ਜਾਂਦੀ ਹੈ, ਜਦੋਂ ਤੁਸੀਂ ਆਉਂਦੇ ਹੋ ਮੈਨੂੰ ਧਿਆਨ ਆਉਂਦਾ ਕਿ ਅਫਗਾਨਿਸਤਾਨ ਵਾਲੀ ਖਬਰ ਤੁਹਾਡੇ ਨਾਲ ਕਰ ਲਈਏ। ਕਿਹਾ ਜਾ ਰਿਹਾ ਹੈ ਕਿ ਜਿਹੜੇ ਅਸ਼ਰਫ ਗਨੀ ਨੇ ਹੁਣ ਉਹਨੇ ਸ਼ਰਤ ਲਾਤੀ, ਜਿਹੜੇ ਤਾਲਿਬਾਨ ਨੇ, ਵੀ ਜਿੰਨਾ ਚਿਰ ਇਹਨੂੰ ਨਹੀਂ ਹਟਾਉਂਦੇ ਅਸੀਂ ਚੈਨ ਨਹੀਂ ਕਰਕੇ ਬੈਠ ਨਹੀਂ ਸਕਦੇ। ਯਾਨੀ ਕਿ ਜਿਹੜਾ ਵੀ ਕਹਿੰਦੇ ਵੀ ਦੁਨੀਆ ਦੀ ਸਭ ਤੋਂ ਗੰਦੀ ਨੌਕਰੀ ਇਸ ਵੇਲੇ ਕਰਨੀ ਆ, ਉਹ ਹੈਗਾ ਅਫਗਾਨਿਸਤਾਨ ਦਾ ਰਾਸ਼ਟਰਪਤੀ ਬਣਨਾ, ਤੇ ਉਹਦੀ ਨੌਕਰੀ ਨੂੰ ਖਤਰਾ ਪੈਦਾ ਹੋ ਗਿਆ ਕਾਫੀ ਜ਼ਿਆਦਾ। ਰਾਸ਼ਟਰਪਤੀ ਉੱਥੇ 2 ਨੇ ਜੀ ਵੈਸੇ ਬਾਈ ਦੀ। ਹਾਂਜੀ, ਇੱਕ ਅਬਦੁੱਲਾ ਗਨੀ, ਅਬਦੁੱਲਾ ਲਿਖਦੇ। ਹਾਂਜੀ ਹਾਂ, ਦੋਨੋਂ ਪ੍ਰੈਜ਼ੀਡੈਂਟ, ਹਾਂਜੀ, ਬਹੁਤ ਪ੍ਰੈਜ਼ੀਡੈਂਟ। ਹਾਂਜੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਬਿਆਨਬਾਜ਼ੀ ਤਾਂ ਉਹਨਾਂ ਨੇ ਕਰਨੀ ਹੈ। ਅੱਜ ਕੱਲ ਬਿਆਨ ਆਇਆ ਆਪਣੇ ਅਮਰੀਕਨ ਆਰਮੀ ਚੀਫ ਦਾ ਵੀ ਕਿ ਬਈ ਅਸੀਂ ਤੇ ਸਪੋਰਟ ਕਰਾਂਗੇ ਬਾਈ ਏਅਰ ਫੋਰਸ ਜਿਹੜੀ ਸਾਡੀ ਆ, ਉਹ ਬਕਾਇਦਾ ਸਪੋਰਟ ਕਰੇਗੀ ਅਫਗਾਨਿਸਤਾਨ ਫੋਰਸਿਸ ਨੂੰ ਜਦ ਤੱਕ ਉਹ ਲੜਨਗੇ। ਇਹ ਜਿਹੜਾ ਉਹ ਕਿਹੜਾ ਲੀਡਰ ਹੈ ਜਿਹੜਾ ਬਿਆਨ ਨਹੀਂ ਦਿੰਦਾ? ਉਹਨੇ ਬਿਆਨ ਤੇ ਦੇਣਾ ਹੀ ਹੈ। ਜੇ ਦੁਨੀਆ ਦੀ ਏਡੀ ਵੱਡੀ ਤਾਕਤ ਜਿਹੜੀ ਆ ਉਹ ਗਰਾਊਂਡ ਤੇ ਰਹਿ ਕੇ ਨਹੀਂ ਲੜ ਸਕੀ, ਤੇ 에ਅਰ ਫੋਰਸ ਨਾਲ ਵੀ ਕਿੰਨਾ ਕੁ ਉਹ ਤੇ ਫਿਰ ਲੰਬਾ ਜੋ ਦੋਈ ਜਾਊ, ਲੋਕਾਂ ਦੇ ਘਰ ਤਬਾਹ ਹੋਈ ਜਾਣਗੇ ਜਿਹੜੇ ਮਾੜੇ ਚੋਕੇ ਉੱਥੇ ਹੈਗੇ ਆ, ਤੇ ਉਹ ਲੜਾਈ ਤੇ ਨਾ ਖਤਮ ਹੋਣ ਵਾਲੀ, ਕਦੀ ਵੀ ਨਾ ਖਤਮ ਹੋਣ ਵਾਲੀ ਲੜਾਈ ਲੜਨਗੇ। ਜਿੱਤਣ ਹਾਰਨ ਵਾਲਾ ਤੇ ਫਿਰ ਕੋਈ ਮਸਲਾ ਨਹੀਂ। ਭਾਰਤ ਕੋਲੋਂ ਵੀ ਕਾਫੀ ਐਕਸਪੈਕਟੇਸ਼ਨ ਅਮਰੀਕਾ ਰੱਖ ਰਿਹਾ ਜੀ, ਕੁਝ ਮੀਟਿੰਗਾਂ ਹੋਈਆਂ ਨੇ ਪਿੱਛੇ, ਤੇ ਭਾਰਤ ਦੇ ਉੱਤੇ ਵੀ ਦਬਾਅ ਆ। ਕਿਹਾ ਜਾ ਰਿਹਾ ਕਿ ਜਦੋਂ ਰਸ਼ੀਆ ਨੇ ਅਫਗਾਨਿਸਤਾਨ 'ਚ ਪਹਿਲੀ ਵਾਰ
ਆ ਕੇ ਦਖਲ ਦਿੱਤਾ ਸੀਗਾ ਤੇ ਭਾਰਤ ਉਦੋਂ ਥੋੜਾ ਜਿਹਾ ਗੁਟਨਰ ਲੇਪ ਵਾਲੀ ਪਾਲਿਸੀ ਜਿਹੜੀ ਦਿਖਾਉਂਦਾ ਸੀ ਤੇ ਉਹਨਾਂ ਨੇ ਕੋਈ ਬਹੁਤਾ ਦਖਲ ਨਹੀਂ ਸੀ ਦਿੱਤਾ ਤੇ ਆਪਣੇ ਆਪ ਨੂੰ ਪਾਸੇ ਰੱਖਿਆ ਸੀਗਾ। ਪਰ ਜਦੋਂ ਅਮਰੀਕਨ ਫੌਜਾਂ ਗਈਆਂ ਤੇ ਭਾਰਤ ਨੇ ਵੀ ਵੈਲਕਮ ਕੀਤਾ ਸੀਗਾ ਔਰ ਭਾਰਤ ਨੇ ਇਨਡਾਇਰੈਕਟਲੀ ਬਹੁਤ ਸਪੋਰਟ ਕੀਤੀ ਹੈ ਇਕਨੋਮਿਕਲ, ਮਤਲਬ ਆਰਮੀ ਤੇ ਨਹੀਂ ਭੇਜੀ ਅਜੇ, ਬੜੀ ਕੋਸ਼ਿਸ਼ ਦਬਾਅ ਸੀਗਾ ਕਿ ਉੱਥੇ ਆਰਮੀ ਭੇਜੀ ਜਾਵੇ। ਪਰ ਹੁਣ ਜਾਂਦੇ ਹੋਏ ਵੀ ਅਮਰੀਕਨ ਚਾਹੁੰਦੇ ਆ ਕਿ ਭਾਰਤ ਉੱਥੇ ਆਪਣੇ ਪੈਰ ਜਮਾ ਕੇ ਰੱਖੇ ਤੇ ਉਹ ਤੋਂ ਕਾਫੀ ਕੁਝ ਐਕਸਪੈਕਟ ਕਰਦੇ ਆ, ਪਰ ਖਤਰੇ ਬਹੁਤ ਵੱਡੇ ਆ। अमेरिका जो मर्जी कही जाए, हिंदुस्तान कैन नॉट अफोर्ड टू सेंड इवन वन मैन देयर, इट्स नॉट पॉसिबल जी। ਉੱਥੋਂ ਦੇ ਜਿਹੜੇ ਗਰਾਊਂਡ ਰਿਐਲਿਟੀਜ਼ ਨੇ ਉਹਨਾਂ ਰਿਐਲਿਟੀ ਦੇ ਵਿੱਚ ਹਿੰਦੁਸਤਾਨ ਦਾ ਕਦੀ ਵੀ ਉੱਥੇ ਕੋਈ ਫੌਜੀ ਨਹੀਂ ਜਾਏਗਾ ਮਰਨ ਲਈ, ਔਰ ਨਾ ਹਿੰਦੁਸਤਾਨ ਐਸੀ ਬੇਵਕੂਫੀ ਕਰੇਗਾ ਕਿ ਉੱਥੇ ਆਪਣੇ ਫੌਜੀ ਭੇਜੇ। ਨੰਬਰ 1। ਨੰਬਰ 2, ਹਿੰਦੁਸਤਾਨ ਨੇ ਤੇ ਆਪਣੇ ਜਿਹੜੇ ਸੋ ਕਾਲਡ ਉੱਥੇ ਡਿਪਲੋਮੈਟਸ ਨੇ ਉਹ ਵੀ ਤਕਰੀਬਨ 60 ਤੋਂ 70% ਹਿੰਦੁਸਤਾਨ 'ਚ ਵਾਪਸ ਬੁਲਾ ਲਏ ਨੇ, ਔਰ ਕੰਧਾਰ ਦਾ ਆਫਿਸ ਤਾਂ ਬੰਦ ਹੀ ਉਹਨਾਂ ਨੇ ਕਰ ਦਿੱਤਾ। 1700 ਬੰਦਾ ਅਜੇ ਵੀ ਇੰਡੀਅਨ ਉੱਥੇ ਬੈਠਾ ਜੀ, ਕਹਿੰਦੇ 1700 ਦੇ ਕਰੀਬ ਲੋਕ ਅਜੇ ਵੀ। ਉਹ ਉੱਥੇ ਦੇਖੋ, ਉੱਥੇ ਕੰਮ ਹੋ ਰਹੇ ਨੇ ਜਿਹੜੇ ਅਜੇ ਵੀ ਉੱਥੇ ਜਿਹੜੇ ਕੰਮ ਹੋ ਰਹੇ ਨੇ ਨਾ, ਜਿੱਥੇ ਸੜਕਾਂ ਬਣ ਰਹੀਆਂ, ਕੋਈ ਸਕੂਲ, ਉਹ ਕੰਪਲੀਟ ਜਿਹੜੇ ਠੇਕੇਦਾਰਾਂ ਦੇ ਬੰਦੇ ਨੇ। ਮੈਂ ਡਿਪਲੋਮੈਟਸ ਦੀ ਗੱਲ ਕਰਦਾ ਪਿਆ। ਹਾਂ ਬਿਲਕੁਲ। 60 ਤੋਂ 70% ਉਹ ਵਾਪਸ ਆ ਚੁੱਕੇ ਨੇ, ਔਰ ਬਾਕੀ ਦੇ ਵੀ ਤੁਸੀਂ ਅੱਜ ਮੇਰੀ ਗੱਲ ਨੋਟ ਕਰ ਲਓ, ਜੇ ਆਪਾਂ 2 ਸਾਲ ਦੇ ਬਾਅਦ ਫਿਰ ਕਦੀ ਆਪਸ ਪ੍ਰੋਗਰਾਮ ਕੀਤਾ, ਠੀਕ ਠਾਕ ਰਹੇ ਤੇ ਤਾਲਿਬਾਨ ਮੈਕਸਿਮਮ 2 ਇਅਰ ਮੈਂ ਦਿੰਦਾ ਜੀ, ਉਹਦੇ ਅੰਦਰ ਦੇ ਵਿਲ ਕੰਟਰੋਲ ਦਾ ਹੋਲ ਆਫ ਅਫਗਾਨਿਸਤਾਨ ਇੰਕਲੂਡਿੰਗ ਕਾਬੁਲ ਐਂਡ ਕੰਧਾਰ, ਮੈਕਸਿਮਮ 2 ਇਅਰਸ। ਮੈਨੂੰ ਲੱਗਦਾ ਉਸ ਤੋਂ ਪਹਿਲਾਂ ਵੀ ਮੇਰੇ ਖਿਆਲ ਉਹ ਕਰ ਜਾਣਗੇ ਕੰਟਰੋਲ। ਆਪਾਂ ਭਾਰਤ ਦੀਆਂ ਗੱਲਾਂ ਕਰਨੀਆਂ ਪ੍ਰੋਫੈਸਰ ਸਾਹਿਬ, ਡਾਕਟਰ ਸਾਹਿਬ ਤੁਹਾਡੇ ਨਾਲ ਪ੍ਰੋਫੈਸਰ ਕਾਲੋਂ ਵੀ ਜੁਆਇਨ ਕਰ ਗਏ ਨੇ ਦੂਜੇ ਪਾਸੇ, ਆਪਾਂ ਇਕੱਠੇ ਹੋ ਜਾਂਦੇ। ਇੱਕ ਬ੍ਰੇਕ ਛੋਟੀ ਜੀ ਲੈ ਲਈਏ, ਦੋ ਲਵੋ ਜੀ, ਇੱਕ ਛੋਟੀ ਜੀ ਬ੍ਰੇਕ ਲੈ ਕੇ ਕੁਝ ਭਾਰਤ ਦੀਆਂ ਖਬਰਾਂ ਆਪਾਂ ਸਾਂਝੇ ਤੌਰ ਤੇ ਕਰਦੇ ਹਾਂ ਜੀ। ਜੋਤੀ ਤੇ ਨਾਲ ਪਾ ਲਓ ਤੇ